ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਤਿਆਦਿਕ ਗਨ ਸਿਮਰ ਪ੍ਰਸੰਗ। ਰਹੇ ਵਿਚਾਰਤ ਬਹੁ ਚਿਤ ਸੰਗ। ਮੁਸਕਾਵਤ ਮੁਖ ਨਿਕਸੇ ਬਾਹਰ। ਬ੍ਰਿਧ ਜੀ ਕਹੋ ਕਰਿਓ ਕਿਆ ਜ਼ਾਹਿਰ। ਇਤਿਆਦਿਕ ਗਨ ਸਿਮਰ ਪ੍ਰਸੰਗ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਡੀ ਨਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ, ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਦਲਾਂ ਨੂੰ ਭੰਜਣ ਵਾਲੇ ਯੋਧੇ ਸਤਿਗੁਰੂ ਸੂਰਮੇ ਸਤਿਗੁਰੂ ਬਹੁਤੇ ਵੱਡੇ ਪਰਉਪਕਾਰੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਪਿਆਰ ਦੇ ਨਾਲ ਰੋਜ਼ ਹੀ ਸਰਵਣ ਕਰਦੇ ਹੋ, ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦਾ ਜਸ ਸੁਣ ਕੇ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ, ਆਪਣੇ ਪੁੰਨਾਂ ਦੇ ਵਿੱਚ ਵਾਧਾ ਪਾ ਰਹੇ ਹੋ। ਇਹ ਗੁਰੂ ਜੀ ਦੀ ਮਿਹਰ ਦੀ ਨਿਸ਼ਾਨੀ ਹੈ। ਸੰਗਤ ਜੀ, ਆਪ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਕਥਾ ਸਰਵਣ ਕੀਤੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਦੀ ਧਰਤੀ ਤੇ ਹਨ। ਕਾਬਲ ਤੋਂ ਇੱਕ ਗੁਰੂ ਕਾ ਸਿੱਖ ਮਹਾਰਾਜ ਵਾਸਤੇ ਘੋੜਾ ਲੈ ਕੇ ਆਇਆ ਸੀ। ਉਹ ਘੋੜਾ ਕਿਵੇਂ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਪਹੁੰਚਿਆ, ਉਹ ਸਾਰੀ ਕਥਾ ਤੁਸੀਂ ਸੁਣੀ। ਕਾਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਤੂੰ 10,000 ਲੈ ਲਈ ਸਮੇਂ ਦੇ ਨਾਲ ਤੇ ਸਾਨੂੰ ਘੋੜਾ ਦੇ ਦੇ। ਸਤਿਗੁਰੂ ਜੀ ਨੇ ਘੋੜੇ ਉੱਤੇ ਹੱਥ ਫੇਰਿਆ, ਘੋੜਾ ਰਾਜੀ ਹੋਣ ਲੱਗ ਪਿਆ ਜੀ। ਕਾਜੀ ਤੇ ਚਲੇ ਗਿਆ ਸੀਗਾ। ਪਿੱਛੋਂ ਸੁਣਿਆ ਮਾਇਆ ਲੈਣ ਵਾਸਤੇ ਕਾਜੀ ਬਹੁਤ ਉਤਾਵਲਾ ਹੋਇਆ ਪਿਆ ਜੀ। 2-3 ਵਾਰੀ ਆ ਕੇ ਮਾਇਆ ਦੇ ਕਰਕੇ ਬੋਲ ਬੁਲਾਰਾ ਵੀ ਉਹ ਕਰਕੇ ਗਿਆ ਜੀ। ਹਾਂਜੀ, ਉਹਨੂੰ ਇਹ ਗੱਲ ਦਾ ਚੇਤਾ ਹੀ ਭੁੱਲ ਗਿਆ ਵੀ ਗੁਰੂ ਜੀ ਖੁਦ ਪਰਮੇਸ਼ਰ ਦਾ ਰੂਪ ਨੇ। ਬੰਦਗੀ ਕਰਨ ਵਾਲਾ ਆਪਣੇ ਆਪ ਨੂੰ ਉਹ ਕਹਿੰਦਾ ਹੈ ਮਹਾਰਾਜ ਖੁਦਾ ਦਾ ਰੂਪ ਨੇ, ਜੋ ਤੂੰ ਨਿਮਰਤਾ ਨਾਲ ਮੰਗੇਗਾ ਤੈਨੂੰ ਮਿਲ ਜਾਏਗਾ। ਇਸ ਗੱਲ ਦਾ ਉਹਨੂੰ ਚੇਤਾ ਭੁੱਲ ਗਿਆ। ਹਉਮੈ ਵਾਸੀ ਆ ਕੇ ਮੰਗਦਾ ਰਿਹਾ, ਹਉਮੈ ਵਸ ਆ ਕੇ ਮੰਗਦਾ ਰਿਹਾ, ਬੜੀ ਆਕੜ ਦੇ ਨਾਲ ਆ ਕੇ ਮੰਗਦਾ ਰਿਹਾ ਜੀ। ਤੇ ਚੇਤਾ ਰੱਖਿਓ
ਗੁਰੂ ਘਰ ਵਿੱਚ ਤਾਂ ਮਾਣ ਹੀ ਨੀਵਿਆਂ ਨੂੰ ਮਿਲਦਾ ਹੈ ਜੀ। ਜਿਹੜਾ ਨੀਵਾਂ ਹੋ ਕੇ ਆਏਗਾ 10,000 ਰੁਪਈਆ ਮੰਗਦਾ, ਮਹਾਰਾਜ ਨੇ ਕੀ ਪਤਾ ਕਈ ਕੁਝ ਦੇ ਦੇਣਾ ਹੈਗਾ ਜੀ। ਗੁਰੂ ਸਾਹਿਬ ਜੀ ਜੇਵੜ ਆਪ ਤੇਵੜ ਤੇਰੀ ਦਾਤ। ਜਿੰਨੇ ਵੱਡੇ ਸਤਿਗੁਰੂ ਜੀ ਆਪ ਨੇ ਓਨੀਆਂ ਹੀ ਵੱਡੀਆਂ ਮਹਾਰਾਜ ਦੀਆਂ ਦਾਤਾਂ ਹਨ ਸੰਗਤ ਜੀ। ਪਤਾ ਹੀ ਨਹੀਂ ਸੀ ਮਹਾਰਾਜ ਨੇ ਕੀ ਦੇ ਦੇਣਾ, ਪਰ ਉਹ ਹੰਕਾਰ ਵਸ ਗੁਰੂ ਜੀ ਨੂੰ ਮਾੜੇ ਬੋਲਦਾ ਰਿਹਾ ਜੀ। ਇਸੇ ਤਰ੍ਹਾਂ ਹੀ ਹੈ ਸਾਧ ਸੰਗਤ ਜੀ, ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਗੁਰਮੁਖਾਂ ਦੀ ਨਿਸ਼ਾਨੀ ਦਾ ਪਤਾ ਹੀ ਨਹੀਂ ਲੱਗਦਾ। ਗੁਰਮੁਖਾਂ ਨਾਲ ਵੀ ਉਹ ਅੜਦਾ ਰਹਿੰਦਾ, ਲੜਦਾ ਰਹਿੰਦਾ, ਝਗੜਦਾ ਰਹਿੰਦਾ, ਤੇ ਬਹੁਤ ਕੁਝ ਬੰਦਾ ਉਹਨਾਂ ਕੋਲੋਂ ਲੈ ਸਕਦਾ ਜੀ। ਬੜਾ ਫਾਇਦਾ ਖੱਟ ਸਕਦਾ ਬੰਦਾ, ਪਰ ਲੜਦਾ ਰਹਿੰਦਾ ਜੀ। ਇਹਦੇ ਕਰਕੇ ਫਾਇਦਾ ਨਹੀਂ ਚੁੱਕ ਪਾਉਂਦਾ ਜੀ। ਆਖੋ ਵਾਹਿਗੁਰੂ। ਬੰਦਾ ਫਾਇਦਾ ਨਹੀਂ ਚੁੱਕ ਪਾਉਂਦਾ ਜੀ ਪੂਰਾ ਜੀ। ਬੜੇ ਗੁਰੂ ਦੇ ਪਿਆਰੇ ਸਾਧ ਸੰਗਤ ਜੀ ਨਾਮ ਜਪਣ ਵਾਲੇ ਹਨ ਇਸ ਸੰਸਾਰ 'ਚ, ਪਰ ਬੰਦਾ ਉਹਨਾਂ ਨਾਲ ਵੀ ਲੜ ਕੇ ਨਾ ਜੀ ਤੇ ਆਪਣਾ ਨੁਕਸਾਨ ਕਰਾ ਬੈਠਦਾ ਜੀ। ਮਹਾਰਾਜ ਦੁਪਹਿਰ ਦਾ ਸਮਾਂ, ਦੁਪਹਿਰ ਢਲ ਚੁੱਕੀ ਹੈ, ਗੁਰੂ ਜੀ ਆਰਾਮ ਕਰ ਰਹੇ ਨੇ ਜੀ। ਤੇ ਪਹਿਰਾ ਕੌਣ ਦੇ ਰਿਹਾ ਸੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਕਾਜੀ ਆਇਆ, ਬੜਾ ਬੁਰਾ ਬੋਲਿਆ, ਕਹਿੰਦਾ ਮੈਂ ਅੰਦਰ ਜਾਣਾ। ਤੇ ਤੁਹਾਨੂੰ ਪਤਾ ਜਿੱਥੇ ਪਹਿਰੇਦਾਰ ਬਾਬਾ ਬੁੱਢਾ ਜੀ ਹੋਣਗੇ ਉਹ ਕਿਸੇ ਨੂੰ ਅੰਦਰ ਥੋੜ੍ਹੀ ਜਾਣ ਦੇਣਾ ਜੀ। ਕਿਸੇ ਅਸ਼ਰਧਾਲੂ ਨੂੰ, ਕਿਸੇ ਮਨਮੁਖ ਨੂੰ ਬਾਬਾ ਜੀ ਨੇ ਅੰਦਰ ਥੋੜ੍ਹੀ ਜਾਣ ਦੇਣਾ ਜੀ। ਬਾਬਾ ਜੀ ਨੇ ਰੋਕ ਲਿਆ। ਬਾਬਾ ਜੀ ਨੂੰ ਕਹਿਣ ਲੱਗਾ ਮੈਨੂੰ ਪਤਾ ਲੱਗਾ ਵੀ ਤੁਸੀਂ ਕਾਰਦਾਰ 'ਚ ਸਾਰੇ, ਤੁਹਾਡੇ ਹੱਥ 'ਚ ਹੀ ਹੁੰਦੀ ਹੈ ਮਾਇਆ, ਤੇ ਮੈਨੂੰ ਮੇਰੀ ਮਾਇਆ ਦਿਓ। ਤੇ ਬਾਬਾ ਜੀ ਉਹਨੂੰ ਨਿਮਰਤਾ ਨਾਲ ਕਾਜੀ ਨੂੰ ਕਹਿਣ ਲੱਗੇ, ਕਾਜੀ ਜੀ ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਮੈਂ ਤੇ ਗੁਰੂ ਦਾ ਇੱਕ ਨਿੱਕਾ ਜਿਹਾ ਨਿਮਾਣਾ ਜਿਹਾ ਸਿੱਖ ਸੇਵਕ ਹੈਗਾ। ਮਾਲਕ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਨੇ, ਮਾਇਆ ਤਾਂ ਉਹਨਾਂ ਨੇ ਹੀ ਦੇਣੀ ਹੈ, ਤੇ ਇਹ ਵਸ ਮੇਰੇ ਨਹੀਂ ਹੈਗਾ। ਤੁਸੀਂ ਮਹਾਰਾਜ ਦੇ ਦਰਸ਼ਨ ਠਹਿਰ ਕੇ ਆ ਕੇ ਕਰ ਲਿਓ। ਕਾਜੀ ਪਰ ਬਾਬਾ ਬੁੱਢਾ ਜੀ ਨੂੰ ਵੀ ਮਾੜਾ ਬੋਲਿਆ। ਕਹਿੰਦਾ ਫਿਰ ਮੈਂ ਜਵਾਈ ਬਣ ਕੇ ਪੈਸੇ ਲਵਾਂਗਾ, ਬਾਦਸ਼ਾਹ ਨੂੰ ਕਹਿ ਕੇ ਭਾਵ ਆਕੜ ਨਾਲ ਲਵਾਂਗਾ, ਧੱਕੇ ਨਾਲ ਲਵਾਂਗਾ। ਤੇ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਇਹ ਨਹੀਂ ਪਤਾ ਵੀ ਤੂੰ ਜਵਾਈ ਬਣਨਾ ਕਿ ਉਹਨਾਂ ਨੇ ਬਣ ਜਾਣਾ ਹੈ। ਆਖੋ ਵਾਹਿਗੁਰੂ। ਹੁਣ ਸੰਗਤ ਜੀ ਇਹਦੇ ਤੋਂ ਅੱਗੇ ਪ੍ਰਸੰਗ ਤੁਸੀਂ ਸੁਣੋ। ਗੁਰੂ ਹਰਗੋਬਿੰਦ ਸਾਹਿਬ ਅੰਦਰ ਬੈਠੇ ਆ। ਮਹਾਰਾਜ ਨੇ ਬਾਬਾ ਜੀ ਦਾ ਬਚਨ ਸੁਣ ਲਿਆ। ਬ੍ਰਹਮ ਗਿਆਨੀ ਕਿਆ ਪਰਉਪਕਾਰ ਉਮਾਹਾ। ਬਾਬਾ ਬੁੱਢਾ ਸਾਹਿਬ ਤਾਂ ਬ੍ਰਹਮ ਗਿਆਨੀ ਹਨ। ਬ੍ਰਹਮ ਗਿਆਨੀ ਪੁਰਸ਼ ਜੋ ਬੋਲ ਦੇਣਗੇ ਉਹਦੇ ਵਿੱਚ ਭਲਾ ਹੀ ਹੋਏਗਾ ਜੀ, ਨੁਕਸਾਨ ਨਹੀਂ ਹੋਏਗਾ। ਹਾਂਜੀ, ਬ੍ਰਹਮ ਗਿਆਨੀ ਜੋ ਬੋਲ ਦੇਣਗੇ ਭਲਾ ਹੀ ਹੋਏਗਾ ਜੀ। ਹਾਂਜੀ, ਕੌਲਾਂ ਜੀ ਦੀ ਬੰਦਗੀ ਫਿਰ ਕਿਵੇਂ ਸਫਲੀ ਹੋਣੀ ਹੈ ਜੀ? ਉਹ ਬਾਬਾ ਬੁੱਢਾ ਜੀ ਦਾ ਬੋਲ ਹੈ। ਹਾਂਜੀ, ਤੇ ਦਾਮਾਦ ਤੋਂ ਭਾਵ ਇਹ ਹੀ ਨਹੀਂ ਲੈ ਲੈਣਾ ਵੀ ਮਹਾਰਾਜ ਕੌਲਾਂ ਜੀ ਦੇ ਘਰ ਵਾਲੇ ਬਣ ਗਏ ਜੀ। ਇਹ ਵੀ ਭਾਵ ਨਹੀਂ ਲੈਣਾ ਜੀ। ਹਾਂਜੀ, ਕੌਲਾਂ ਜੀ ਦੀ ਜੁਗਾਂ ਦੀ ਜਿਹੜੀ ਤਪੱਸਿਆ ਉਹ ਕਿਵੇਂ ਸੱਚੀ ਹੋਣੀ ਹੈ ਜੀ। ਇਸ ਕਰਕੇ ਬ੍ਰਹਮ ਗਿਆਨੀ ਕਿਆ ਹੋਏ ਸੋ ਭਲਾ। ਬ੍ਰਹਮ ਗਿਆਨੀ ਪੁਰਸ਼ ਜੋ ਕਰ ਦੇਣ ਨਾ ਜੀ ਭਲਾ ਹੀ ਹੁੰਦਾ ਹੈ ਜੀ, ਭਲਾ ਹੀ ਹੁੰਦਾ। ਗੁਰੂ ਸਾਹਿਬ ਵਿਚਾਰ ਕਰਦੇ ਵੀ ਬਾਬਾ ਜੀ ਨੇ ਕਿਹੜਾ ਬਚਨ ਕਰਤਾ, ਤੇ ਜੋ ਹੋਣਾ ਹੁੰਦਾ ਬਾਬਾ ਬੁੱਢਾ ਜੀ ਦੇ ਮੁਖੋਂ ਬਚਨ ਹੀ ਉਹ ਨਿਕਲਦਾ ਹੈ ਜੀ। ਦੂਜਾ ਬਚਨ ਬਾਬਾ ਜੀ ਕਰਦੇ ਹੀ ਨਹੀਂ ਜੀ। ਫਿਰ ਧਿਆਨ ਨਾਲ ਸੁਣਿਓ, ਜੋ ਹੋਣਾ ਹੁੰਦਾ ਹੈ ਨਾ ਬਾਬਾ ਜੀ ਦੇ ਮੁਖੋਂ ਬਚਨ ਹੀ ਉਹ ਨਿਕਲਦਾ ਹੈ ਜੀ। ਹੁਣ ਗੁਰੂ ਸਾਹਿਬ ਅੰਦਰ ਬੈਠੇ ਵਿਚਾਰ ਕਰਕੇ ਬਾਹਰ ਆ ਰਹੇ ਆ। ਇੱਥੋਂ ਹੁਣ ਕਥਾ ਆਰੰਭ ਹੁੰਦੀ ਹੈ। ਪਿਆਰ ਦੇ ਨਾਲ ਸਾਰੀ ਸੰਗਤ ਆਪਾਂ ਕਥਾ ਸੁਣੀਏ। ਗੱਜ ਕੇ ਸਾਰੇ ਕਹੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤਿਆਦਿਕ ਗਨ ਸਿਮਰ ਪ੍ਰਸੰਗ। ਰਹੇ ਵਿਚਾਰਤ ਬਹੁ ਚਿਤ ਸੰਗ। ਗੁਰੂ ਹਰਗੋਬਿੰਦ ਸਾਹਿਬ ਵਿਚਾਰ ਕਰ ਰਹੇ ਹੈ ਆਪਣੇ ਮਨ 'ਚ ਕਿ ਬਾਬਾ ਜੀ ਨੇ ਜਿਹੜਾ ਬਚਨ ਕਰਤਾ, ਬਚਨ ਤੇ ਹੁਣ ਬਾਬਾ ਜੀ ਦਾ ਵਰਤਣਾ ਹੀ ਹੈ ਜੀ। ਬ੍ਰਹਮ ਗਿਆਨੀ ਕਿਆ ਹੋਏ ਸੋ
ਭਲਾ ਭਲਾ ਤੇ ਹੈ ਇਹਦੇ ਵਿੱਚ ਕੋਈ ਭਲਾ ਹੈ ਜੀ। ਮੁਸਕਾਵਤ ਮੁਖ ਨਿਕਸੇ ਬਾਹਰ। ਕਾਜੀ ਤੇ ਬੋਲ ਬੁਲਾਰਾ ਕਰਕੇ ਚਲੇ ਗਿਆ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾਉਂਦੇ ਹੋਏ ਨਾ ਤੰਬੂ ਚੋਂ ਬਾਹਰ ਆਏ ਜੀ। ਹਾਂਜੀ, ਬ੍ਰਿਧ ਜੀ ਕਹੋ ਕਰਿਓ ਕਿਆ ਜ਼ਾਹਿਰ। ਆਖੋ ਵਾਹਿਗੁਰੂ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ, ਬਾਬਾ ਬੁੱਢਾ ਜੀ, ਇਹ ਕਿਹੜਾ ਬਚਨ ਕਰਤਾ? ਕਹਿਣ ਲੱਗੇ, ਮੁਸਕਰਾ ਕੇ ਕਿਹਾ ਮਹਾਰਾਜ ਨੇ। ਹਾਂਜੀ, ਉਚਿਤ ਅਨੁਚਿਤ ਨਾਰਿਦੇ ਵਿਚਾਰੀ। ਹਾਂਜੀ, ਝਗਰਤ ਕਾਜ਼ੀ ਸੰਗ ਉਚਾਰੀ। ਬਾਬਾ ਜੀ, ਬੋਲ ਬੁਲਾਰਾ ਕਾਜੀ ਤੁਹਾਡੇ ਨਾਲ ਕਰ ਰਿਹਾ ਸੀ, ਪਰ ਉਹਦੇ ਬੋਲ ਬੁਲਾਰੇ ਕਰਦਿਆਂ ਤੁਸੀਂ ਵੀ ਵਿਚਾਰ ਨਹੀਂ ਕੀਤੀ ਤੇ ਬਚਨ ਛੱਡ ਦਿੱਤਾ। ਕਹਿਣ ਲੱਗੇ, ਹਾਂਜੀ, ਕਿਮ ਕਰਨੀ ਹਮ ਕੋ ਬਨ ਆਵੈ, ਤੁਮਰੇ ਸਮ ਬੜ ਕਹਾਂ ਅਲਾਵੈ। ਆਖੋ ਵਾਹਿਗੁਰੂ। ਹੁਣ ਅਸੀਂ ਸਾਨੂੰ ਕੀ ਕਰਨਾ ਬਣਦਾ? ਕਹਿਣ ਲੱਗੇ, ਲੋਕ ਕੀ ਆਖਣਗੇ? ਕਹਿਣ ਲੱਗੇ, ਹਾਂਜੀ। ਸੁਨ ਕਰ ਜੋਰ ਕਹਿਓ ਬ੍ਰਿਧ ਭਾਈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਲਏ। ਸਾਧ ਸੰਗਤ ਜੀ, ਵੇਖ ਲਓ ਬਾਬਾ ਜੀ ਦਾ ਗੱਲ ਕਰਨ ਦਾ ਤਰੀਕਾ। ਹਾਂਜੀ, ਗੱਲ ਕਰਨੀ ਹੈ ਤੇ ਹੱਥ ਜੋੜ ਲਏ ਜੀ। ਹਾਂਜੀ, ਕਹੀ ਤਥਾ ਜਿਮ ਆਪ ਕਹਾਈ। ਤੇ ਬਾਬਾ ਜੀ ਕਹਿਣ ਲੱਗੇ, ਮਹਾਰਾਜ ਮੈਂ ਕੌਣ ਹੈਗਾ? ਜੋ ਤੁਸੀਂ ਮੇਰੇ ਮੂੰਹੋਂ ਬੁਲਾਉਣਾ ਹੀ ਬੁਲਾ ਦਿੱਤਾ ਮਹਾਰਾਜ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਤੁਸੀਂ ਮੁਖੋਂ ਕਢਾਉਣਾ ਸੀ ਉਹ ਨਿਕਲ ਗਿਆ। ਕਹਿਣ ਲੱਗੇ, ਹਾਂਜੀ। ਚਿਰੰਕਾਲ ਕੀ ਤਪ ਕੋ ਤਾਪਤ, ਅਬ ਪੀਹਵੈ ਨਾ ਆਪ ਕੋ ਪ੍ਰਾਪਤ। ਤੇ ਫਿਰ ਬਾਬਾ ਬੁੱਢਾ ਜੀ ਨੇ ਕਹਿ ਹੀ ਦਿੱਤਾ ਜੀ। ਵੇਖ ਲਓ, ਕਾਜੀ ਦੀ ਘਰ ਧੀ ਹੈ ਬੀਬੀ ਕੌਲਾਂ ਜੀ। ਹਾਂਜੀ, ਤੇ ਤੁਸੀਂ ਅੰਦਾਜ਼ਾ ਲਾਓ ਕਿ ਉਹ ਕਦੋਂ ਦਾ ਤਪ ਕਰ ਰਹੇ ਨੇ ਜੀ। ਇਸ ਯੁੱਗ ਦਾ ਨਹੀਂ, ਕਈ ਯੁੱਗਾਂ ਦਾ ਜੀ। ਤੇ ਬਾਬਾ ਬੁੱਢਾ ਜੀ ਕਦੀ ਮਿਲੇ ਨਹੀਂ ਜੀ ਉਹਨਾਂ ਨੂੰ, ਕੌਲਾਂ ਜੀ ਨੂੰ। ਤੁਸੀਂ ਅੰਦਾਜ਼ਾ ਲਾਓ ਕਿ ਬਾਬਾ ਬੁੱਢਾ ਜੀ ਪਹਿਲਾਂ ਹੀ ਸਾਰੀ ਗੱਲ ਜਾਣਦੇ ਆ। ਆਖੋ ਵਾਹਿਗੁਰੂ, ਵਾਹਿਗੁਰੂ। ਫਿਰ ਆਖੋ ਵਾਹਿਗੁਰੂ, ਵਾਹਿਗੁਰੂ। ਬਾਬਾ ਜੀ ਕਹਿਣ ਲੱਗੇ, ਮਹਾਰਾਜ ਉਹ ਵੀ ਤੇ ਬੜੇ ਚਿਰ ਦਾ ਤਪ ਕਰ ਰਹੀ ਹੈ, ਤੇ ਹੁਣ ਵੀ ਨਾ ਉਹਨੂੰ ਪ੍ਰਾਪਤੀ ਹੋਵੇ। ਹਾਂਜੀ, ਕਿਸੂ ਦੋਸ਼ ਤੇ ਤਨ ਤੁਰਕਾਨੀ, ਤਉ ਘਾਲ ਤੇ ਉਚਤੈ ਜਾਨੀ। ਸੱਚੇ ਪਾਤਸ਼ਾਹ ਕੌਲਾਂ ਜੀ ਬਾਰੇ ਬਾਬਾ ਬੁੱਢਾ ਜੀ ਕਹਿ ਰਹੇ, ਬੀਬੀ ਕੌਲਾਂ ਜੀ ਬਾਰੇ, ਵੀ ਕਿਸੇ ਦੋਸ਼ ਕਰਕੇ ਉਹਦਾ ਇਸ ਕਾਜੀ ਦੇ ਘਰ ਜਨਮ ਹੋ ਗਿਆ। ਜਪ ਤਪ ਬੜਾ ਉਹਦੀ ਧੀ ਦਾ, ਕਿਸੇ ਦੋਸ਼ ਕਰਕੇ ਇਹਦੇ ਘਰ ਜਨਮ ਹੋਇਆ ਉਹਦਾ। ਗੱਲ ਤੁਰਕਦੀ ਵੀ ਨਹੀਂ ਹੈਗੀ ਜੀ। ਗੱਲ ਤੇ ਹੈਗੀ ਹੈ ਵੀ ਕਾਜੀ ਦੀ ਗੁਰੂ ਜੀ ਤੇ ਸ਼ਰਧਾ ਨਹੀਂ ਹੈਗੀ ਜੀ, ਤੇ ਕੋਈ ਦੋਸ਼ ਹੈ ਉਹਦਾ ਜਿਹੜਾ ਕਾਜੀ ਦੇ ਘਰ ਜਨਮ ਹੋ ਗਿਆ ਉਹਦਾ। ਹਾਂਜੀ, ਚੰਦਰਾਇਣ ਆਦਿਕ ਬ੍ਰਤ ਧਰੇ, ਕਸ਼ਟ ਅਨੇਕ ਤਨ ਸਹਿਬੋ ਕਰੇ। ਸੱਚੇ ਪਾਤਸ਼ਾਹ ਉਹਨੇ ਵੀ ਬੜੇ ਵਰਤ ਰੱਖੇ ਹੈ, ਪਿਛਲੇ ਜਨਮਾਂ 'ਚ ਬੜੇ ਵਰਤ ਰੱਖੇ ਹੈ, ਬੜਾ ਜਪ ਤਪ ਕੀਤਾ ਉਹਦੀ ਬੱਚੀ ਨੇ। ਹਾਂਜੀ, ਸੋ ਸਭ ਸਫਲ ਹੋਏ ਇਸ ਬੇਰੇ। ਉਹ ਹੁਣ ਸਾਰੇ ਹੁਣ ਸਫਲੇ ਹੋਣਗੇ ਜਪ ਤਪ। ਆਖੋ ਵਾਹਿਗੁਰੂ। ਵੇਖ ਲਓ ਬਾਬਾ ਬੁੱਢਾ ਜੀ ਦਾ ਬਚਨ ਨਿਸ਼ਫਲ ਨਹੀਂ ਜਾਂਦਾ ਜੀ। ਬਾਬਾ ਜੀ ਨੇ ਜੋ ਕਿਹਾ ਨਾ ਜੀ, ਉਹ ਐਵੇਂ ਨਹੀਂ ਕਿਹਾ ਜੀ। ਬਾਬਾ ਜੀ ਨੂੰ ਪਤਾ ਸਾਰੀ ਗੱਲ ਦਾ ਜੀ। ਹਾਂਜੀ, ਉਪਜਹਿ ਪ੍ਰੀਤ ਆਪ ਕੋ ਹੇਰੇ। ਸੱਚੇ ਪਾਤਸ਼ਾਹ ਪਿਛਲੇ ਜਨਮਾਂ ਦੀ ਬਹੁਤ ਕਮਾਈ ਇਹਦੀ ਬੱਚੀ ਦੀ, ਤੇ ਜਦੋਂ ਇਹਦੀ ਬੱਚੀ ਨੇ ਕਰਨੇ ਨਾ ਤੁਹਾਡੇ ਦਰਸ਼ਨ, ਤੇ ਪਿਛਲੇ ਜਨਮਾਂ ਦੀ ਕਮਾਈ ਪ੍ਰਗਟ ਹੋ ਜਾਣੀ। ਕਹਿਣ ਲੱਗੇ, ਚੇਤਾ ਰੱਖਿਓ, ਬਾਬਾ ਬੁੱਢਾ ਸਾਹਿਬ ਜੀ ਦੀ ਆਪਣੀ ਕਮਾਈ ਉਦੋਂ ਪ੍ਰਗਟ ਹੋਈ ਸੀਗੀ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਸੀਗੇ ਜੀ। ਬੜਾ ਜਪ ਤਪ ਹੁੰਦਾ ਹੈ ਪੂਰਬਲਾ, ਪਰ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਇਆ ਖੁੱਲ੍ਹ ਜਾਂਦਾ, ਕਈ ਵਾਰੀ ਕਿਸੇ ਗੁਰਮੁਖ ਦੇ ਕੋਲ ਜਾਇਆ ਖੁੱਲ੍ਹ ਜਾਂਦਾ ਜੀ। ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਪਿਛਲੇ ਜਨਮਾਂ ਦੀ ਕੀਤੀ ਹੋਈ ਕਮਾਈ ਨੂੰ ਵੀ ਤਾਲਾ ਲੱਗਾ ਹੁੰਦਾ ਜੇ।
ਬੰਦ ਹੁੰਦੀ ਹੈ ਜੀ, ਕਮਾਈ ਹੁੰਦੀ ਹੈ। ਮੰਨ ਲਓ ਕਿਸੇ ਕਮਰੇ 'ਚ ਲੱਖਾਂ ਰੁਪਈਆ ਪਿਆ ਜੀ, ਪਰ ਕਮਰੇ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਜੀ, ਤੇ ਉਹ ਬੰਦਾ ਵਰਤ ਨਹੀਂ ਸਕਦਾ ਜੀ। ਹਾਂਜੀ, ਤੇ ਉਹਦੀ ਚਾਬੀ ਜਿਹਦੇ ਕੋਲ ਹੋਏਗੀ ਉਹ ਖੋਲ ਦੇਗਾ ਤਾਂ ਉਹ ਬੰਦਾ ਵਰਤ ਲੇਗਾ ਆਪਣੇ ਪੈਸੇ ਜੀ। ਇਸੇ ਤਰ੍ਹਾਂ ਆਪਾਂ ਜਿੰਨੇ ਬੈਠੇ ਆ, ਜਿੰਨੇ ਦੂਰ ਦੂਰ ਤੁਸੀਂ ਕਥਾ ਸੁਣ ਰਹੇ ਹੋ, ਸਾਰਿਆਂ ਦੀ ਕੋਈ ਕਮਾਈ ਹੈ ਪਿਛਲੀ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤਾਈਓ ਮਹਾਰਾਜ ਦਾ ਜਸ ਸੁਣ ਰਹੇ ਆ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਕਾਜੀ ਦੀ ਬੱਚੀ ਨੇ ਜਦੋਂ ਕਰਨੇ ਤੁਹਾਡੇ ਦਰਸ਼ਨ, ਉਹਦੀ ਪਿਛਲੇ ਜਨਮਾਂ ਦੀ ਕਮਾਈ ਪ੍ਰਗਟ ਹੋ ਜਾਣੀ, ਕਹਿਣ ਲੱਗੇ ਉਦੇ ਹੋ ਜਾਣੀ ਹੈ, ਤੇ ਪ੍ਰੇਮ ਪੈਦਾ ਹੋ ਜਾਣਾ, ਨਿਰਮਲ ਪ੍ਰੇਮ ਪੈਦਾ ਹੋ ਜਾਣਾ। ਹਾਂਜੀ, ਸੁਨਤ ਮੌਨ ਸ਼੍ਰੀ ਹਰਗੋਬਿੰਦ, ਰਿਖ ਵਿਸ਼ਿਸ਼ਟ ਤੇ ਰਾਮ ਮਨਿੰਦ। ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਤੇ ਚੁੱਪ ਹੋ ਗਏ ਜੀ, ਵੀ ਹੁਣ ਬਾਬਾ ਜੀ ਦਾ ਬਚਨ ਹੈਗਾ ਜੀ। ਤੇ ਜਿਵੇਂ ਵਸ਼ਿਸ਼ਟ ਮੁਨੀ ਤੋਂ ਬਚਨ ਸੁਣ ਕੇ ਸ਼੍ਰੀ ਰਾਮ ਚੰਦਰ ਸ਼ਾਂਤ ਹੋ ਜਾਂਦੇ ਸਨ ਨਾ, ਉਸਤਾਦ ਸਨ ਨਾ ਜੀ ਉਹ, ਇਸੇ ਤਰ੍ਹਾਂ ਬਾਬਾ ਬੁੱਢਾ ਜੀ ਤੋਂ ਬਚਨ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ਾਂਤ ਬੈਠ ਗਏ ਜੀ। ਹਾਂਜੀ, ਕਰ ਪਗ ਬੈਠ ਪਖਾਰਨ ਕਰੇ, ਮੁਖ ਪਖਾਰ ਸੁੰਦਰ ਦੁਤ ਧਰੇ। ਹੁਣ ਉਸੇ ਸ਼ਾਮ ਦੀ ਗੱਲ ਹੈਗੀ ਜੀ, ਉਸੇ ਸ਼ਾਮ ਦੀ ਜੀ। ਦੁਪਹਿਰ ਢਲ ਗਈ ਤੇ ਸਾਧ ਸੰਗਤ ਜੀ ਫਿਰ ਸਤਿਗੁਰੂ ਜੀ ਉੱਠੇ, ਹੱਥ ਪੈਰ ਸਾਫ਼ ਕੀਤਾ, 5 ਇਸ਼ਨਾਨਾ ਸਤਿਗੁਰੂ ਜੀ ਨੇ ਕੀਤਾ, ਮੁਖ ਧੋਤਾ ਤੇ ਮਹਾਰਾਜ ਆਪਣੇ ਆਸਣ ਤੇ ਬੈਠ ਗਏ ਜੀ। ਹਾਂਜੀ, ਚੀਰਾ ਸ਼ੋਰਦਾਰ ਵੱਡ ਜ਼ਰੀ। ਚੀਰਾ ਕਹਿੰਦੇ ਪੱਗ ਨੂੰ ਜੀ, ਕੱਪੜੇ ਨੂੰ। ਆਖੋ ਵਾਹਿਗੁਰੂ। ਸਤਿਗੁਰੂ ਜੀ ਨੇ ਫਿਰ ਦਸਤਾਰਾ ਸਜਾਇਆ ਜੀ, ਜਰੀ ਦਾ ਦਸਤਾਰਾ ਸਜਾਇਆ ਜੀ। ਹਾਂਜੀ, ਦੋਹ ਦਿਸ਼ ਲੱਗ ਮੁਕਤਾ ਗਨ ਲਰੀ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਸਾਧ ਸੰਗਤ ਜੀ ਉਹਦੇ ਦੋਹੀਂ ਪਾਸੇ ਮਾਲਾਵਾਂ ਲਟਕਦੀਆਂ ਸੀਗੀਆਂ, ਦਸਤਾਰਾ ਏਡਾ ਸੋਹਣਾ ਸੀਗਾ ਜੀ। ਹਾਂਜੀ, ਪੇਚ ਬਦੇ ਜੋ ਅਨੂਠੋ ਬਨਿਓ। ਦਸਤਾਰ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਸੋਹਣੇ ਪੱਲੇ ਲਾਏ ਸਤਿਗੁਰੂ ਜੀ ਨੇ। ਹਾਂਜੀ, ਸਮਸ਼ਨੀਕ ਮੁਖ ਸਸ ਜਸ ਭਨਿਓ। ਤੇ ਸੋਹਣਾ ਮਹਾਰਾਜ ਦਾ ਦਾੜਾ ਸੱਚੇ ਪਾਤਸ਼ਾਹ ਜੀ ਦਾ ਜੀ। ਤੇ ਜਿਵੇਂ ਚੰਦ ਨੂੰ ਹਨੇਰੀ ਰਾਤ ਘੇਰਦੀ ਹੈ ਨਾ, ਗੋਰੇ ਮੁਖੜੇ ਦੇ ਉੱਤੇ ਕਾਲੇ ਦਾੜੇ ਨੇ ਇਸ ਤਰ੍ਹਾਂ ਕੀਤਾ ਹੋਇਆ ਜੀ, ਸਤਿਗੁਰੂ ਜੀ ਨੇ ਤਿਆਰਾ ਕੀਤਾ ਜੀ। ਹਾਂਜੀ, ਵੱਡ ਵਿਸਤ੍ਰਿਤ ਬਿਲੋਚਨ ਸ਼ੋਭਾ। ਸੋਹਣੇ ਮਹਾਰਾਜ ਗਰੀਬ ਨਵਾਜ ਜੀ ਦੇ ਨੈਣ ਹਨ, ਨੇਤਰ ਹਨ। ਅਵਲੋਕਤ ਕਿਸ ਨਹਿ ਮਨ ਲੋਭਾ। ਕਹਿੰਦੇ ਏਡਾ ਸੋਹਣਾ ਗੁਰੂ ਹਰਗੋਬਿੰਦ ਸਾਹਿਬ ਦਾ ਰੂਪ ਹੈਗਾ, ਜਿਹੜਾ ਦਰਸ਼ਨ ਕਰੇਗਾ ਉਹਦਾ ਮਨ ਕਿਉਂ ਨਹੀਂ ਲੁਭਾਇਮਾਨ ਹੋਏਗਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਉਹਦਾ ਮਨ ਕਿਉਂ ਨਹੀਂ ਲੁਭਾਇਮਾਨ ਹੋਏਗਾ, ਭਾਵ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰੇਗਾ ਸਤਿਗੁਰੂ ਜੀ ਦਾ ਹੀ ਹੋ ਕੇ ਰਹਿ ਜਾਏਗਾ ਜੀ। ਹਾਂਜੀ, ਕਰੋ ਦਾਰ ਹੀਰੇ ਬਰ ਚੀਰੇ, ਜਿਗਾ ਬਧੀ ਸ਼ਬ ਉਪਰ ਚੀਰੇ। ਨੋਕਦਾਰ ਸੋਹਣੇ ਹੀਰੇ ਜਿਗਾ ਚ ਲੱਗੇ ਹੈਗੇ ਆ ਜੀ। ਹਾਂਜੀ, ਮੁਕਤਾ ਉਜਲ ਗੋਲ ਬਿਸਾਲਾ, ਕੁੰਡਲ ਮੁਖ ਮੰਡਲ ਪਰ ਝਾਲਾ। ਸੋ ਮਹਾਰਾਜ ਗਰੀਬ ਨਵਾਜ ਜੀ ਦੀ ਸੁੰਦਰਤਾ ਦਾ ਬਹੁਤਾ ਹੀ ਸੋਹਣਾ ਜਿਹੜਾ ਜ਼ਿਕਰ ਹੈਗਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਜੀ। ਹਾਂਜੀ, ਕਿਆ ਗੁਰ ਸ਼ੋਭਾ ਕਰੋ ਉਚਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ ਮਹਾਰਾਜ ਤਿਆਰ ਹੋਏ ਜੀ, ਦਸਤਾਰ ਸਜਾਈ, ਚੋਲਾ ਸਜਾਇਆ, ਸ਼ਸਤਰ ਸਜਾਏ, ਏਡੀ ਸੋਹਣੀ ਸੋਭਾ, ਇੰਨੀ ਸੋਹਣੀ ਸੋਭਾ, ਸੁੰਦਰ ਸੋਭਾ ਲਾਲ ਦਿਆਲ ਗੋਪਾਲ ਕੀ। ਆਖੋ ਵਾਹਿਗੁਰੂ। ਏਡੀ ਸੋਹਣੀ ਸੋਭਾ ਕਹਿੰਦੇ ਮੈਂ ਮੁੱਖੋਂ ਬੋਲ ਕੇ ਨਹੀਂ ਤੁਹਾਨੂੰ ਦੱਸ ਸਕਦਾ, ਲਿਖ ਕੇ ਨਹੀਂ ਦੱਸ ਸਕਦਾ ਸਾਰੀ। ਅਪਰ ਨ ਪਾਇਤ ਜਿਨ ਅਨੁਹਾਰੀ। ਬਸ ਇਹ ਮੈਂ ਤੁਹਾਨੂੰ ਕਹਿੰਦੇ ਕਹਿ ਸਕਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਦੂਜਾ ਕੋਈ ਹੈ ਹੀ ਨਹੀਂ ਸੀਗਾ ਜੀ। ਏਡੇ ਸੋਹਣੇ ਗੁਰੂ ਹਰਗੋਬਿੰਦ ਸਾਹਿਬ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਜਬਰ ਜਵਾਹਰ ਜ਼ਾਹਰ ਜਰੇ, ਹਾਏ ਪਰ ਜ਼ੀਨ ਸਜਾਵਨ ਕਰੇ। ਤੇ ਉਸੇ ਘੋੜੇ ਉੱਤੇ ਕਾਠੀ ਪਾਈ ਜੀ, ਕਾਠੀ ਸੋਨੇ ਦੀ ਤੇ ਵਿੱਚ
ਮੋਤੀ ਹੀਰੇ ਜੜੇ ਹੋਏ ਆ ਜੀ। ਇੱਕ ਹੀਰਾ ਹੀ ਬੜੀ ਵੱਡੀ ਗੱਲ ਜੀ, ਤੇ ਮਹਾਰਾਜ ਦੀ ਕਾਠੀ 'ਚ ਜੜੇ ਹੁੰਦੇ ਸੀਗੇ ਜੀ। ਕਿੱਡੇ ਵੱਡੇ ਹੋਣਗੇ ਸਤਿਗੁਰੂ ਜੀ। ਜਿਹੜੀ ਘੋੜੇ ਤੇ ਕਾਠੀ ਪਾਉਣੀ, ਜਿਹਦੇ ਤੇ ਸਤਿਗੁਰੂ ਸੱਜਦੇ, ਉਹਦੇ 'ਚ ਹੀ ਜੜੇ ਹੋਏ ਸੀਗੇ ਹੀਰੇ ਜੀ। ਡੀਲ ਬਿਲੰਦ ਗੁਰੂ ਦੁੱਤ ਸੰਗ, ਤੇ ਡੀਲ ਡੌਲ ਵਾਲਾ ਸੋਹਣਾ ਵੱਡਾ ਸਰੀਰ ਮਹਾਰਾਜ ਦਾ ਜੀ। ਭਾਏ ਅਰੋਹਨ ਤਿਸੀ ਤੁਰੰਗ, ਤੇ ਮਹਾਰਾਜ ਉਸੇ ਘੋੜੇ ਤੇ ਹੀ ਸੱਜੇ ਜੀ, ਉਹ ਕਾਬਲ ਵਾਲੇ ਸਿੱਖ ਦੇ ਘੋੜੇ ਤੇ ਜੀ। ਹਾਂਜੀ। ਸਿੱਖ ਸੇਵਕ ਸਭ ਬਰਜ ਹਟਾਏ, ਏਕ ਨਫਰਲੇ ਸੰਗ ਸਿਧਾਏ। ਸਾਰੇ ਸਿੱਖ ਤਿਆਰ ਹੋਏ ਨਾਲ ਜਾਣ ਨੂੰ, ਮਹਾਰਾਜ ਨੇ ਸੈਰ ਕਰਨੀ, ਮਹਾਰਾਜ ਨੇ ਸਭ ਨੂੰ ਰੋਕਤਾ ਜੀ। ਇੱਕ ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਨਾਲ ਲਿਆ ਤੇ ਮਹਾਰਾਜ ਤੁਰ ਪਏ ਜੀ। ਹਾਂਜੀ। ਜਹ ਕਾਜੀ ਕੋ ਦੀਰਗ ਮੰਦਰ, ਹੁਣ ਮਹਾਰਾਜ ਉੱਥੇ ਕੁ ਪਹੁੰਚ ਗਏ ਜਿੱਥੇ ਕਾਜੀ ਦਾ ਘਰ ਸੀਗਾ ਜੀ। ਵੱਡਾ ਘਰ ਸੀਗਾ ਜੀ ਕਾਜੀ ਦਾ। ਹਾਂਜੀ। ਸੁੰਦਰ ਬਿਸਦ ਵਹਿਰ ਅਰ ਅੰਦਰ, ਤੇ ਸਾਧ ਸੰਗਤ ਜੀ ਉਹ ਘਰ ਉਹਦਾ ਜਗਦਾ ਦੂਰੋਂ ਪਤਾ ਲੱਗਦਾ ਸੀਗਾ ਜੀ। ਹਾਂਜੀ। ਕਰੇ ਝਰੋਖੇ ਰਾਖ ਦਰੀਚੀ, ਹਾਂਜੀ। ਬਣੀ ਸੋ ਬੈਠਕ ਉੱਚੀ ਨੀਚੀ। ਤੇ ਘਰ ਜਿਹੜਾ ਸੀਗਾ ਉਹਦੇ ਵਿੱਚ ਬਾਰੀਆਂ ਬਣੀਆਂ ਹੋਈਆਂ ਹੈਗੀਆਂ ਜੀ। ਝਰੋਖੇ ਬਣੇ ਹੋਏ, ਪੁਰਾਣਿਆਂ ਨੂੰ ਪਤਾ ਜੀ। ਝਰੋਖੇ ਬਣੇ ਸੀਗੇ, ਬਾਰੀਆਂ ਬਣੀਆਂ ਸੀਗੀਆਂ, ਬੈਠਕ ਬਣੀ ਹੋਈ ਸੀਗੀ ਬੜੀ ਵਧੀਆ ਇੱਕ। ਹਾਂਜੀ। ਬਾਹੋ ਪਰਦੇ ਜੁਤ ਬਸਹਿ ਜ਼ਨਾਨੇ, ਤੇ ਫਿਰ ਪਰਦੇ ਸੀਗੇ ਜੀ, ਘਰ ਵਿੱਚ ਪਰਦੇ ਲੱਗੇ ਸੀਗੇ, ਤੇ ਬੀਬੀਆਂ ਪਰਦੇ 'ਚ ਰਹਿੰਦੀਆਂ ਹੁੰਦੀਆਂ ਸੀਗੀਆਂ ਜੀ। ਅੱਜ ਵੀ ਮੁਸਲਮਾਨ ਬੀਬੀਆਂ ਪਰਦੇ 'ਚ ਰਹਿੰਦੀਆਂ ਜੀ, ਬੁਰਕਾ ਕਰਕੇ ਜੀ। ਤੇ ਜੇ ਘਰ ਉਹਨਾਂ ਬੁਰਕਾ ਚੁੱਕਣਾ ਨਾ ਜੀ, ਤੇ ਪਰਦਾ ਲੱਗੇਗਾ ਤਾਂ ਕਿ ਕੋਈ ਦੂਜਾ ਪੁਰਸ਼ ਆਵੇ ਵੀ ਤਾਂ ਉਹਨਾਂ ਨੂੰ ਵੇਖ ਨਾ ਸਕੇ ਜੀ। ਹਾਂਜੀ। ਆਏ ਨਾ ਜਾਣੇ ਬਾਹਰ ਖਾਨੇ, ਤੇ ਉਹ ਸਾਧ ਸੰਗਤ ਜੀ ਇਸਤਰੀਆਂ ਜਿਹੜੀਆਂ ਉਹ ਖੁੱਲੇ ਤੌਰ ਤੇ ਬਾਹਰ ਨਹੀਂ ਸੀ ਆ ਸਕਦੀਆਂ ਜੀ। ਹਾਂਜੀ। ਇੱਕ ਕਾਜ਼ੀ ਕੀ ਸੁਤਾ ਕੁਮਾਰੀ, ਮਨਹੁ ਮਦਨ ਨਿਜ ਹਾਥ ਸੁਧਾਰੀ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਸਹਿ ਸਾਧ ਸੰਗਤ ਜੀ ਜਦੋਂ ਮਹਾਰਾਜ ਲੰਘ ਰਹੇ ਸੀਗੇ, ਉਸ ਕਾਜੀ ਦੀ ਇੱਕੋ ਹੀ ਧੀ ਸੀਗੀ ਜੀ। ਹਾਂਜੀ। ਕਿਦੋਂ ਚੰਦਰਮਾ ਚੀਰ ਨਿਕਾਰੀ, ਜਨ ਰੰਭਾ ਮਹਿਤਲ ਪਗ ਧਾਰੀ। ਸੁੰਦਰ ਸਰੀਰ ਸੀਗਾ ਜੀ ਉਹਦਾ, ਰੂਪਵਾਨ ਸੀਗੀ ਜੀ ਉਹ, ਪਰਮੇਸ਼ਰ ਦੀ ਕਿਰਪਾ ਸੀਗੀ ਉਹਦੇ ਤੇ। ਹਾਂਜੀ। ਅੰਗ ਅੰਗ ਜਿਸਕੇ ਤਰੁਨਾਈ, ਸਹਿਜ ਸੁਭਾਏ ਝਰੋਖੇ ਆਈ। ਸਤਿਗੁਰੂ ਜੀ ਲੰਘ ਰਹੇ ਹਨ ਤੇ ਸੰਗਤ ਜੀ ਉਹ ਸਹਿਜ ਸੁਭਾਅ ਝਰੋਖੇ ਲਾਗੇ ਆ ਗਈ ਜੀ। ਵੇਖਿਓ ਹੁਣ ਪਿਛਲੇ ਜਨਮਾਂ ਦੀ ਕਮਾਈ ਜਾਗਦੀ ਹੈ, ਇੰਜ ਜਾਗਦੀ ਚ। ਆਖੋ ਵਾਹਿਗੁਰੂ। ਬੰਦੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਸਾਧ ਸੰਗਤ ਜੀ, ਚਿੱਤ ਚੇਤਾ ਵੀ ਨਹੀਂ ਹੁੰਦਾ ਤੇ ਰੱਬ ਦੀ ਮਿਹਰ ਹੋ ਜਾਂਦੀ ਜੀ। ਸਤਿਗੁਰੂ ਜੀ ਲੰਘ ਰਹੇ ਨੇ, ਦੀਨ ਦੁਨੀਆ ਦੇ ਮਾਲਕ, ਤ੍ਰਿਲੋਕੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ, ਤੇ ਕੌਲਾਂ ਜੀ ਉਧਰੋਂ ਝਰੋਖੇ ਦੇ ਅੱਗੇ ਆ ਗਏ ਜੀ। ਹਾਂਜੀ। ਇਤ ਕੂਦਤ ਲਘੂ ਸ਼ਾਲ ਤੁਰੰਗ, ਆਏ ਸੁਹਾਵਤ ਮਨੋ ਅਨੰਗ। ਆਖੋ ਵਾਹਿਗੁਰੂ। ਸਹਿਜ ਸੁਭਾਅ ਉਸ ਪਾਸੇ ਆ ਗਏ ਜੀ। ਉਧਰੋਂ ਗੁਰੂ ਸਾਹਿਬ ਜੀ ਦਾ ਘੋੜਾ ਨੱਚਦਾ ਟੱਪਦਾ ਕਈ ਪ੍ਰਕਾਰ ਦੇ ਕੌਤਕ ਕਰ ਰਿਹਾ। ਸੁਨਿਓ ਸ਼ਬਦ ਹਾਏ ਕੂਦਨ ਕੇਰੋ, ਤੇ ਕੌਲਾਂ ਜੀ ਨੇ ਸੁਣਿਆ ਜੀ। ਹੁਣ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਹੋਇਆ ਵੀ ਬੀਬੀ ਕੌਲਾਂ ਜੀ ਸ਼ਬਦ ਵਰਤਣਾ ਹੈ ਜੀ। ਤੇ ਬੀਬੀ ਕੌਲਾਂ ਜੀ ਨੇ ਸੁਣ ਲਿਆ ਜੀ ਵੀ ਇਹ ਘੋੜਾ ਨੱਚਦਾ ਟੱਪਦਾ, ਘੋੜੇ ਦੀ ਆਵਾਜ਼ ਹੈ। ਹਾਂਜੀ। ਹੇਰਨ ਲਗੀ ਬਦਨ ਇਤ ਫੇਰੋ, ਤੇ ਉਹ ਝਰੋਖੇ ਵੱਲ ਮੁੱਖ ਕਰਕੇ ਤੇ ਘੋੜਾ ਵੇਖਣ ਲੱਗੀ ਜੀ। ਬੀਬੀ ਕੌਲਾਂ ਜੀ ਵੇਖਣ ਲੱਗੇ, ਦੇਖਤ ਰੂਪ ਅਧਿਕ ਅਲੁਕਾਈ। ਤੇ ਵੇਖਣਾ ਤਾਂ ਘੋੜਾ ਸੀਗਾ, ਪਰ ਸਾਧ ਸੰਗਤ ਜੀ ਤ੍ਰਿਲੋਕੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋ ਗਏ। ਆਖੋ ਵਾਹਿਗੁਰੂ। ਬਸ ਪੂਰਬਲੀ ਕਮਾਈ ਉਸੇ ਵੇਲੇ ਹੀ ਪ੍ਰਗਟ ਹੋ ਗਈ ਜੀ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਧਿਆਨ ਮੇ ਨਾ ਧਿਆਨ ਰਹਿਓ। ਦਰਸ਼ਨਾਂ ਦੀ ਖੇਡ ਇਸ ਤਰ੍ਹਾਂ ਵਰਤੀ, ਕਮਾਈ ਸੀਗੀ ਸਾਧ ਸੰਗਤ ਦੀ। ਚੇਤਾ ਰੱਖਿਓ, ਦਰਸ਼ਨ ਤੇ ਬਹੁਤ ਲੋਕ ਕਰਦੇ, ਪਰ ਸਾਰਿਆਂ ਨਾਲ ਇਹ ਖੇਡ ਨਹੀਂ ਜੇ ਬਣਦੀ ਜੀ।
ਕੌਲਾਂ ਜੀ ਨੇ ਦਰਸ਼ਨ ਕੀਤੇ। ਕਹਿੰਦੇ ਦੇਖਤ ਰੂਪ ਅਧਿਕ ਅਲੁਕਾਈ, ਮਨਹੁ ਰੰਕ ਕੇ ਢਿੱਗ ਸੁਧ ਨਾਈ। ਕਹਿੰਦੇ ਦਰਸ਼ਨ ਕਰਕੇ ਨਾ ਕੌਲਾਂ ਜੀ ਇੱਕਦਮ ਹੀ ਵਿਆਕੁਲ ਹੋ ਗਏ, ਜਿਵੇਂ ਮਾਨੋ ਬਹੁਤ ਗਰੀਬ ਨੂੰ ਇੱਕਦਮ ਹੀ ਖਜ਼ਾਨਾ ਮਿਲ ਗਿਆ ਹੋਵੇ ਜੀ। ਹਾਂਜੀ, ਬਹੁਤ ਸ਼ੁੱਧਤ ਜੈਸੇ ਨਰ ਕੋਈ। ਅਸਲ ਵਿੱਚ ਉਹ ਖਜ਼ਾਨਾ ਕਿਹੜਾ ਮਿਲਿਆ ਜੀ? ਉਹ ਆਪਣੀ ਪਿਛਲੀ ਭਗਤੀ ਦਾ ਖਜ਼ਾਨਾ ਅੱਗੇ ਆ ਗਿਆ। ਆਖੋ ਵਾਹਿਗੁਰੂ। ਬਹੁਤ ਸ਼ੁੱਧਤ ਜੈਸੇ ਨਰ ਕੋਏ। ਹਾਂਜੀ, ਮਾਨੋ ਆਹਾਰ ਦੇਤ ਢਿੱਗ ਹੋਏ। ਤੇ ਮਾਨੋ ਕੋਈ ਬਹੁਤ ਜ਼ਿਆਦਾ ਭੁੱਖਾ ਹੋਵੇ ਤੇ ਇੱਕਦਮ ਹੀ ਭੋਜਨ ਮਿਲ ਜਾਵੇ ਤੇ ਉਹ ਖੁਸ਼ ਹੁੰਦਾ ਹੈ। ਇੰਜ ਬੀਬੀ ਕੌਲਾਂ ਜੀ ਖੁਸ਼ ਹੋ ਗਏ ਜੀ। ਹਾਂਜੀ, ਮਹਾ ਤਪਤ ਲਾਗਿਸ ਪਿਆਸਾ। ਕਹਿਣ ਲੱਗੇ ਇਸ ਤਰ੍ਹਾਂ ਦੀ ਖੁਸ਼ੀ ਹੋਈ, ਭਾਈ ਸੰਤੋਖ ਸਿੰਘ ਜੀ ਅਲੰਕਾਰ ਬੰਨ੍ਹਦੇ ਆ, ਪ੍ਰਮਾਣ ਦਿੰਦੇ ਆ। ਕਹਿੰਦੇ ਕੋਈ ਬਹੁਤ ਪਿਆਸਾ ਹੋਵੇ ਉਹਨੂੰ ਇੱਕਦਮ ਪਾਣੀ ਦਿਓ, ਉਹ ਖੁਸ਼ ਹੋ ਜਾਂਦਾ ਹੈ। ਪੀਨ ਚਾਹਤ ਜਲ ਹੋਇ ਕਰ ਪਾਸਾ। ਤੇ ਉਹ ਚਾਹੁੰਦਾ ਵੀ ਮੈਂ ਛੇਤੀ ਜਾਵਾਂ ਪਾਣੀ ਦੇ ਕੋਲ ਤੇ ਪਾਣੀ ਨੂੰ ਪੀ ਲਵਾਂ। ਹਾਂਜੀ, ਮਨਹੁ ਪ੍ਰੀਖਤ ਹੁਤੀ ਚਕੋਰੀ। ਔਚਕ ਚੰਦਰ ਚਿਤਿਓ ਚਿਤ ਚੋਰੀ। ਕਹਿੰਦੇ ਮਾਨੋ ਚਕੋਰਾਂ ਚੰਦਰਮਾ ਨੂੰ ਉਡੀਕ ਰਹੀਆਂ ਹੁਣ, ਇੱਕਦਮ ਹੀ ਚੰਦ ਚੜ ਜਾਵੇ। ਸਾਧ ਸੰਗਤ ਜੀ ਚਕੋਰਾਂ ਆਨੰਦ ਚ ਹੋ ਜਾਂਦੀਆਂ। ਕੌਲਾਂ ਜੀ ਨੇ ਇੱਕਦਮ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਆਨੰਦ ਵਿੱਚ ਹੋ ਗਏ ਜੀ। ਆਖੋ ਵਾਹਿਗੁਰੂ। ਦਰਸ਼ਨ ਦੇਖਤ ਦੁਖ ਨਸੇ, ਦਰਸ਼ਨ ਦੇਖਤ ਦੁਖ ਨਸੇ। ਦਰਸ਼ਨ ਦੇਖਤ ਦੁਖ ਨਸੇ। ਗੱਜ ਕੇ ਦਰਸ਼ਨ ਦੇਖਤ ਦੁਖ ਨਸੇ। ਉਹ ਜਨਮਾਂ ਜਨਮਾਂ ਦੇ ਦੁੱਖ ਉਹ ਨਸ ਗਏ ਤੇ ਜਨਮਾਂ ਜਨਮਾਂ ਦੀ ਕਮਾਈ ਅੱਗੇ ਆ ਗਈ ਜੀ ਇੱਕਦਮ ਜੀ। ਇਹ ਜੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਦਰਸ਼ਨ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਜਦੋਂ ਦਰਸ਼ਨ ਮਿਲਦੇ ਆ, ਮੇਰੀ ਬੇਨਤੀ ਹੈ ਇਹਨੂੰ ਵਿਕਾਰੀ ਭਾਵ ਨਾ ਦਿਓ ਜੀ। ਵੀ ਜਿਵੇਂ ਇੱਕ ਇਸਤਰੀ ਪੁਰਸ਼ ਨੂੰ ਵੇਖਦੀ ਹੈ ਤੇ ਉਹਦੇ ਮਨ 'ਚ ਵਿਕਾਰ ਪੈਦਾ ਹੋ ਜਾਣ, ਉਹ ਭਾਵਨਾ ਇੱਥੇ ਕਿਤੇ ਮਨ 'ਚ ਲੈ ਕੇ ਆਇਓ ਜੀ। ਚੇਤਾ ਰੱਖਿਓ, ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਤ੍ਰਿਲੋਕੀ ਦੇ ਮਾਲਕ ਨੇ। ਇਹ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਨੂਰ ਜਹਾਂ ਦੇ ਨਾਲ ਸਾਰੀਆਂ ਹੀ ਬੇਗਮਾਂ ਰਲ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੀਖਿਆ ਕਰਦੀਆਂ। ਮਹਾਰਾਜ ਦਾ ਮਨ ਮੈਲਾ ਕਰਨ ਚੱਲੀਆਂ ਸੀ, ਖੁਦ ਹੀ ਪਵਿੱਤਰ ਹੋ ਕੇ ਆ ਗਈਆਂ ਸਨ ਜੀ। ਇਹ ਉਹ ਗੁਰੂ ਹਰਗੋਬਿੰਦ ਸਾਹਿਬ ਨੇ। ਆਖੋ ਸ੍ਰੀ ਵਾਹਿਗੁਰੂ। ਉਹਨੇ ਦਰਸ਼ਨ ਕੀਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਉਹਨੂੰ ਦਰਸ਼ਨ ਹੋਏ ਆ ਜਿਵੇਂ ਕੋਈ ਜਨਮਾਂ ਜਨਮਾਂ ਦਾ ਗਰੀਬ ਹੋਵੇ, ਇੱਕਦਮ ਹੀ ਉਹਨੂੰ ਵੱਡਾ ਖਜ਼ਾਨਾ ਮਿਲ ਜਾਵੇ, ਉਹ ਖੁਸ਼ ਹੋ ਜਾਂਦਾ ਹੈ। ਕਹਿੰਦੇ ਕੋਈ ਬਹੁਤ ਭੁੱਖਾ ਹੋਵੇ, ਉਹਨੂੰ ਇੱਕਦਮ ਪ੍ਰਸ਼ਾਦਾ ਮਿਲ ਜੇ ਛਕਣ ਨੂੰ, ਉਹ ਖੁਸ਼ ਹੋ ਜਾਂਦਾ ਹੈ। ਕੋਈ ਬਹੁਤ ਪਿਆਸਾ ਹੋਵੇ, ਉਹਨੂੰ ਇੱਕਦਮ ਪਾਣੀ ਮਿਲ ਜੇ, ਉਹ ਦੌੜ ਕੇ ਜਾਂਦਾ, ਪਾਣੀ ਪੀਂਦਾ ਹੈ। ਉਹਨਾਂ ਦੀ ਖੁਸ਼ੀ ਦਾ ਅੰਤ ਨਹੀਂ ਹੁੰਦਾ ਜੀ। ਹਾਂਜੀ, ਅਵਲੋਕਤ ਰਹਿ ਗਈ ਇੱਕ ਟਿਕ ਹੀ। ਬਸ ਉਹ ਝਰੋਖੇ ਦੇ ਵਿੱਚੋਂ ਹੀ ਕੌਲਾਂ ਜੀ ਇੱਕ ਟੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਜੀ। ਤੇ ਪਿਆਰਿਓ, ਇੱਕ ਟੱਕ ਵੇਖਦੇ ਆ, ਪਲਕ ਵੀ ਨਹੀਂ ਚਮਕਦੇ। ਐਡੇ ਸੋਹਣੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ। ਫਿਰ ਭਾਵ ਲਿਓ, ਵਿਕਾਰੀ ਨਾ ਭਾਵ ਲਿਓ। ਪਿਆਰਿਓ, ਇੱਥੇ ਜਨਮਾਂ ਜਨਮਾਂ ਦੀ ਕਮਾਈ ਦਾ ਸਵਾਲ ਹੈਗਾ ਜੀ। ਬਾਬਾ ਬੁੱਢਾ ਜੀ ਨੇ ਕਿਹਾ ਸੀ ਨਾ, ਮਹਾਰਾਜ ਉਹਨੇ ਵੀ ਬੜੇ ਵਰਤ ਰੱਖੇ ਆ, ਪਿਛਲੇ ਜਨਮਾਂ 'ਚ ਉਹਨੇ ਵੀ ਬੜੀ ਕਮਾਈ ਕੀਤੀ ਹੈ, ਉਹਦੀ ਕਮਾਈ ਕਿਵੇਂ ਸਫਲੀ ਹੋਣੀ ਹੈ। ਹਾਂਜੀ, ਭਾਈ ਅਚੰਚਲ ਮੁਖ ਕੋ ਤੱਕ ਹੀ। ਦ੍ਰਿਗ ਬਿਸਤਰਤ ਕਮਲ ਜਨ ਫੂਲੇ। ਭਾਈ ਅਚੰਚਲ ਮੁਖ ਕੋ ਤੱਕ ਹੀ, ਇੱਕਦਮ ਅਚੰਚਲ ਹੋ ਗਈ ਜੀ। ਚੰਚਲ ਹੁੰਦਾ ਹਿਲਦੇ ਰਹਿਣਾ, ਅਚੰਚਲ ਹੁੰਦਾ ਟਿਕ ਜਾਣਾ ਜੀ। ਐਸੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਇੱਕਦਮ ਹੀ ਟਿਕ ਗਈ ਜੀ। ਦ੍ਰਿਗ ਬਿਸਤਰਤ ਕਮਲ ਜਨ ਫੂਲੇ, ਲਾਜ ਸਮੇਤ ਅਪਨਪਉ ਭੂਲੇ। ਸਾਧ ਸੰਗਤ ਦੀ ਵਿਸਮਾਦ ਅਵਸਥਾ 'ਚ ਹੋ ਗਈ ਬੀਬੀ ਕੌਲਾਂ ਜੀ, ਤੇ ਆਪਣਾ ਆਪਾ ਹੀ ਭੁੱਲ ਗਿਆ ਜੀ। ਹਾਂਜੀ, ਪ੍ਰਥਮ ਕਿਵਾਰ ਓਟ ਮਹਿੰਦੁਰੀ। ਜਦੋਂ ਆਪਾਂ ਭੁੱਲਿਆ, ਪਹਿਲਾਂ ਤਸੀਬੀ ਦੀਵਾਰ ਦੀ ਓਟ ਸੀ, ਕੰਧ ਸੀ, ਝਰੋਖੇ 'ਚ ਦਰਸ਼ਨ ਹੋਏ ਸਨ।
ਹਾਂਜੀ। ਬਾਹਰ ਵਹਿਰ ਭੀ ਸਨਮੁਖ ਖਰੀ। ਤੇ ਬਸ ਫਿਰ ਕੀ ਸੀਗਾ, ਦਰਸ਼ਨਾਂ ਦੀ ਖਿੱਚ ਨੇ ਇੰਨਾ ਜ਼ਿਆਦਾ ਵਿਆਕੁਲ ਕਰ ਦਿੱਤਾ, ਬੀਬੀ ਕੌਲਾਂ ਦੀ ਸਾਧ ਸੰਗਤ ਦੀ ਕੰਧ ਦਾ ਵੀ ਪਰਦਾ ਨਹੀਂ ਰਹਿਣ ਦਿੱਤਾ। ਬਾਹਰ ਆਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਖਲੋ ਗਏ ਜੀ। ਹਾਂਜੀ। ਮਨ ਹੋ ਮ੍ਰਿਗੀ ਹੈ ਮੋਹਤ ਰਹੀ, ਹਾਂਜੀ। ਪਾਸ਼ੇ ਹਟਨ ਕੌਮ ਕਿਨ ਨਹੀਂ। ਕਹਿਣ ਲੱਗੇ ਮਾਨੋ ਹਿਰਣੀ ਖਲੋਤੀ ਹੋਵੇ ਸਾਹਮਣੇ ਤਾਂ ਉਹ ਪਿੱਛੇ ਨਹੀਂ ਨਾ ਹਟਦੀ। ਇਸੇ ਤਰ੍ਹਾਂ ਬੀਬੀ ਕੌਲਾਂ ਜੀ ਪਿੱਛੇ ਨਹੀਂ ਹਟ ਰਹੇ, ਆਪਣੇ ਮਾਲਕ, ਆਪਣੇ ਸਤਿਗੁਰੂ, ਆਪਣੇ ਪਰਮੇਸ਼ਰ ਦੇ ਰੱਜ ਰੱਜ ਕੇ ਦਰਸ਼ਨ ਕਰਨ ਦੇ ਜੀ। ਅੱਛਾ, ਉਹਨਾਂ ਨੂੰ ਨਾਮ ਵੀ ਨਹੀਂ ਪਤਾ ਮਹਾਰਾਜ ਦਾ। ਕੌਲਾਂ ਜੀ ਨੂੰ ਨਾਮ ਨਹੀਂ ਪਤਾ, ਇਹ ਵੀ ਨਹੀਂ ਪਤਾ ਇਹ ਗੁਰੂ ਨੇ ਜੀ। ਬਸ ਦਰਸ਼ਨ ਕਰਕੇ ਠੰਡ ਪੈ ਗਈ ਜੀ ਅੰਦਰ ਜੀ। ਹਾਂਜੀ। ਤਿਸ ਕੋ ਪ੍ਰੇਮ ਹੇਰ ਕਰ ਘਨੋ, ਹਾਂਜੀ। ਖਰੀ ਕਰੀ ਬਧਿਅਤ ਕਿਮ ਨਮੋ। ਆਖੋ ਵਾਹਿਗੁਰੂ। ਕਹਿੰਦੇ ਉਸ ਦਾ ਪ੍ਰੇਮ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਵੀ ਇਉਂ ਖਲੋਗੇ ਜਿਵੇਂ ਬੰਨ ਕੇ ਕਿਸੇ ਨੇ ਖਿਲਾਰ ਦਿੱਤਾ ਹੋਵੇ ਜੀ। ਚੇਤਾ ਰੱਖਿਓ, ਜਦੋਂ ਕੋਈ ਸਿੱਖ ਸਤਿਗੁਰੂ ਜੀ ਨੂੰ ਪਿਆਰ ਕਰਦਾ ਹੈ ਨਾ, ਤੇ ਮਹਾਰਾਜ ਨੂੰ ਆਉਣਾ ਪੈਂਦਾ ਹੈ ਜੀ। ਤੇ ਇਉਂ ਆਉਣਾ ਪੈਂਦਾ ਜਿਵੇਂ ਬੰਨ ਕੇ ਕਿਸੇ ਨੂੰ ਲੈ ਕੇ ਆਈਦਾ ਹੈ ਜੀ। ਸਤਿਗੁਰੂ ਤੇ ਬਹੁਤ ਵੱਡੇ ਨੇ, ਪਰ ਮਹਾਰਾਜ ਕਹਿੰਦੇ ਆ ਨਾ ਕਿ ਪ੍ਰੇਮ ਦੀ ਰੱਸੀ ਦੇ ਨਾਲ ਫਿਰ ਜਦੋਂ ਖਿੱਚ ਲੈਂਦਾ ਸਿੱਖ, ਫਿਰ ਅਸੀਂ ਆਉਂਦੇ ਹੀ ਆਉਂਦੇ ਹਾਂ। ਹਾਂਜੀ। ਆਤੁਰ ਕੋ ਬਿਲੋਕ ਮਨ ਭੀਨੋ। ਉਹ ਕੌਲਾਂ ਜੀ ਦਾ ਵੀ ਇਸ ਤਰ੍ਹਾਂ ਦੀ ਅਵਸਥਾ ਵੀ ਮਾਨੋ ਉਹਨਾਂ ਨੂੰ ਵੀ ਬੰਨ ਕੇ ਕਿਸੇ ਨੇ ਖਿਲਾਰ ਦਿੱਤਾ ਹੋਵੇ ਜੀ। ਫਿਰ ਬੇਨਤੀ, ਵਕਾਰੀ ਭਾਵ ਨਹੀਂ ਲੈਣਾ ਇੱਥੇ ਜੀ। ਆਤੁਰ ਕੋ ਬਿਲੋਕ ਮਨ ਭੀਨੋ, ਪ੍ਰੇਮ ਵਿੱਚ ਮਨ ਭਿੱਜਿਆ ਪਿਆ ਹੈ। ਬਾਜੀ ਕੋ ਟਿਕਾਏ ਤਬ ਲੀਨੋ। ਤੇ ਸਤਿਗੁਰੂ ਜੀ ਨੇ ਘੋੜਾ ਟਿਕਾ ਲਿਆ ਜੀ ਫਿਰ ਜੀ, ਤੇ ਕੌਲਾਂ ਜੀ ਨੂੰ ਦਰਸ਼ਨ ਦਿੱਤੇ ਜੀ। ਹਾਂਜੀ। ਕੀਤੀ ਬੇਰ ਬੀਤੀ ਜਬ ਖਰੇ। ਕਾਫੀ ਲੰਮਾ ਸਮਾਂ ਹੋ ਗਿਆ ਜੀ। ਕੌਲਾਂ ਜੀ ਸਤਿਗੁਰੂ ਜੀ ਦੇ ਦਰਸ਼ਨ ਹੀ ਕਰੀ ਜਾਣ ਤੇ ਮਹਾਰਾਜ ਦਰਸ਼ਨ ਦੇਈ ਜਾਣ ਜੀ ਉਹਨਾਂ ਨੂੰ ਜੀ। ਇਤ ਉਤ ਕੌਲਾਂ ਨੈਣ ਨਾ ਕਰੇ। ਤੇ ਕੌਲਾਂ ਜੀ ਇੱਧਰ ਉੱਧਰ ਵੀ ਨੈਣ ਨਹੀਂ ਕਰ ਰਹੇ ਜੀ, ਅੱਖਾਂ ਨਹੀਂ ਕਮਾ ਰਹੇ ਜੀ। ਇੱਕ ਟਕ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ ਜੀ। ਹਾਂਜੀ। ਤਪਤ ਕਾਮ ਤੇ ਬਹੁ ਅਕੁਲਾਵੈ। ਹਾਂਜੀ। ਵਿਆਕੁਲ ਭਇਓ ਸ਼ਾਮ ਪੁਨ ਪਾਵੈ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਮਾਨੋ ਬਹੁਤ ਜ਼ਿਆਦਾ ਧੁੱਪ ਹੋਵੇ, ਧੁੱਪ ਹੋਵੇ, ਉਸ ਧੁੱਪ ਤੋਂ ਬੰਦਾ ਦੁਖੀ ਹੋਇਆ ਹੋਵੇ ਤੇ ਛਾਵੇਂ ਚਲੇ ਜਾਵੇ, ਤੇ ਛਾਵੇਂ ਜਾ ਕੇ ਉਹਦਾ ਉਸ ਛਾਂ ਚੋਂ ਬਾਹਰ ਆਉਣ ਨੂੰ ਨਾ ਜੀ ਕਰੇ। ਇਸ ਤਰ੍ਹਾਂ ਬੀਬੀ ਕੌਲਾਂ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੇ ਵਿੱਚ ਮਗਨ ਹੋ ਗਏ ਜੀ। ਸੰਸਾਰ 'ਚ ਮਾਇਆ ਦੀ ਧੁੱਪ ਹੈਗੀ ਹੈ, ਸੰਸਾਰ ਵਿੱਚ ਦੁੱਖਾਂ ਦੀ ਧੁੱਪ ਹੈਗੀ ਹੈ, ਤੇ ਸੁੱਖਾਂ ਦੀ ਛਾਂ ਸਤਿਗੁਰੂ ਜੀ ਦੇ ਦਰਸ਼ਨ ਹੈਗੇ ਆ ਜੀ। ਕਰੋ ਦਰਸ਼ਨ, ਹੱਥ ਜੋੜ ਕੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ। ਤਿਆਗ ਨਾ ਸਕਹਿ ਰਹਿ ਥਿਰ ਜੈਸੇ, ਗਾਡੀ ਹੋਏ ਠਾਂਡੀ ਤਹ ਐਸੇ। ਕਹਿੰਦੇ ਫਿਰ ਜਿਵੇਂ ਉਹ ਬੰਦਾ ਛਾਂ ਨਹੀਂ ਨਾ ਛੱਡਦਾ ਤੇ ਉੱਥੇ ਹੀ ਰਹਿੰਦਾ, ਇਸੇ ਤਰ੍ਹਾਂ ਕੌਲਾਂ ਜੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਛੱਡ ਰਹੇ ਜੀ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਉਹ ਸੁਖ ਬੀਬੀ ਕੌਲਾਂ ਜੀ ਮਾਣ ਰਹੇ ਨੇ ਜੀ। ਹਾਂਜੀ। ਹਿਰਦੇ ਵਿਚਾਰਤ ਹੈ ਇਹ ਕੌਣ, ਮਨ ਹੋ ਚੰਦ ਆਇਓ ਤਜ ਭਾਉਨ। ਤੇ ਸਾਧ ਸੰਗਤ ਜੀ ਬੀਬੀ ਕੌਲਾਂ ਜੀ ਆਪਣੇ ਮਨ 'ਚ ਵਿਚਾਰ ਕਰਦੇ, ਇਹ ਕੌਣ ਹੈਗੇ ਹੈ। ਚੇਤਾ ਰੱਖਿਓ ਸਾਧ ਸੰਗਤ ਜੀ, ਪਤਾ ਵੀ ਨਹੀਂ ਕੌਣ ਹੈਗੇ ਹੈ, ਪਰ ਦਰਸ਼ਨ ਕਰਕੇ ਠੰਡ ਪੈ ਰਹੀ ਹੈ ਜੀ। ਆਖੋ ਵਾਹਿਗੁਰੂ। ਇਹੋ ਹੀ 'ਚ ਭਗਤੀ ਦੀਆਂ ਵਾਈਬ੍ਰੇਸ਼ਨਸ, ਸ਼ਾਂਤੀ, ਆਨੰਦ। ਕੌਲਾਂ ਜੀ ਨੂੰ ਪਤਾ ਹੀ ਨਹੀਂ ਹੈ ਕੌਣ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਹਿਰਦੇ ਵਿਚਾਰਤ ਹੈ ਇਹ ਕੌਣ, ਮਨਹੁ ਚੰਦ ਆਇਓ ਤਜ ਭਾਉਨ। ਆਖੋ ਵਾਹਿਗੁਰੂ। ਕਹਿੰਦੇ ਬੀਬੀ ਕੌਲਾਂ ਜੀ ਵਿਚਾਰ ਕਰਦੇ ਕੌਣ ਨੇ। ਇੰਨਾ ਸੁੰਦਰ ਸਰੂਪ ਹੈ, ਇੰਨੀ ਸ਼ਾਂਤੀ ਇਹਨਾਂ ਦੇ ਦਰਸ਼ਨਾਂ 'ਚ, ਇੰਨਾ ਆਨੰਦ ਹੈ, ਮਾਨੋ ਚੰਦ ਦੀ ਧਰਤੀ ਤੇ ਆ ਗਿਆ ਹੋਵੇ ਕਹਿਣ ਲੱਗੇ। ਹਾਂਜੀ। ਮਹਾ ਸ਼ੈਲ ਸ਼ਬ ਸ਼ਕਿਓ ਸ਼ਬੀਲਾ, ਕਹਾਂ ਬਸੈ ਠਾਨਤ ਨਿਜ ਲੀਲਾ। ਇਹ ਕਿੱਥੇ ਰਹਿੰਦੇ ਨੇ, ਕੌਣ ਨੇ, ਮੈਨੂੰ ਕਿਵੇਂ ਇਹਨਾਂ ਬਾਰੇ
ਪਤਾ ਲੱਗੇਗਾ। ਕੌਣ ਭੇਤ ਮੁਝ ਆਨ ਬਤਾਵੈ, ਮਿਲ ਬੋਲੇ ਬਿਨ ਮਨ ਅਕੁਲਾਵੈ। ਜੀ ਕਰਦਾ ਵੀ ਗੱਲ ਕਰਾਂ ਇਹਨਾਂ ਦੇ ਨਾਲ, ਪਰ ਕੌਣ ਗੱਲ ਕਰਾਵੇ। ਇਹਨਾਂ ਦਾ ਨਾਮ ਨਹੀਂ ਪਤਾ, ਕਿੱਥੇ ਰਹਿੰਦੇ ਆ ਇਹ ਨਹੀਂ ਪਤਾ, ਪਰ ਦਰਸ਼ਨ ਕਰਕੇ ਸ਼ਾਂਤੀ ਮਿਲ ਰਹੀ ਹੈ ਜੀ। ਹਾਂਜੀ। ਕੋ ਉਪਾਏ ਮੈਂ ਕਰੂੰ ਕੁਭਾਗਨ। ਮਾਤਾ ਵਾਹਿਗੁਰੂ ਸਾਧ ਸੰਗਤ ਜੀ ਕੌਲਾਂ ਦੀ ਸੋਚਦੇ, ਬੀਬੀ ਕੌਲਾਂ ਦੀ, ਵੀ ਮੈਂ ਕਿਹੜਾ ਉਪਾਅ ਕਰਾਂ। ਹਾਂਜੀ। ਪਿਖ ਸਰੂਪ ਹੋਈ ਅਨੁਰਾਗਨ। ਦਰਸ਼ਨ ਕਰਕੇ ਪ੍ਰੇਮ ਰੂਪੀ ਠੰਡ ਇੰਨੀ ਪੈ ਰਹੀ ਮਨ ਵਿੱਚ ਜੀ। ਹਾਂਜੀ। ਪਰ ਬਸ ਮਨ ਭਾ ਨਹਿ ਬਸ ਰਹਿਓ, ਹਾਂਜੀ। ਸੁੰਦਰ ਚੰਦ ਦੂਸਰੋ ਲਹਿਓ। ਇਕ ਟਕ ਦੇਖਤ ਹਿਰਦੈ ਵਿਚਾਰਤ, ਮਿਲਨ ਹੇਤ ਆਤੁਰਤਾ ਧਾਰਤ। ਬਸ ਇੱਕ ਟਕ ਸਾਧ ਸੰਗਤ ਜੀ ਕੌਲਾਂ ਦੀ ਮਹਾਰਾਜ ਜੀ ਦੇ ਦਰਸ਼ਨ ਹੀ ਕਰੀ ਜਾਂਦੇ ਖਲੋਤੇ ਜੀ, ਇੱਕ ਟਕ ਦਰਸ਼ਨ ਕਰ ਰਹੇ ਜੀ। ਹਾਂਜੀ। ਇਤਨੇ ਮੈਂ ਕਾਜ਼ੀ ਚਲ ਆਇਓ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਖੇਡ ਸਾਧ ਸੰਗਤ ਜੀ ਕੀ ਹੋਈ, ਇੰਨੇ ਚਿਰ ਨੂੰ ਕਾਜੀ ਆ ਗਿਆ ਸੀ। ਹਾਂਜੀ। ਪਿਖ ਹੈ ਪਰਸਪਰ ਦਬ ਦਿਸ਼ਟਾਇਓ। ਤੇ ਸਾਧ ਸੰਗਤ ਜੀ ਉਹਨੇ ਵੇਖਿਆ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੀ ਤੇ ਮਹਾਰਾਜ ਘੋੜੇ ਤੇ ਬੈਠੇ ਨੂੰ ਦਰਸ਼ਨ ਦੇ ਰਹੇ ਨੇ। ਹਾਂਜੀ। ਮਹਾ ਕ੍ਰੋਧ ਜਾਗਿਓ ਜਰ ਗਇਓ। ਤੇ ਕਾਜੀ ਨੂੰ ਫਿਰ ਗੁੱਸਾ ਚੜ ਗਿਆ ਜੀ। ਕਿਉਂ? ਅੱਜ ਵੀ ਇਸਲਾਮ ਧਰਮ ਦੀਆਂ ਬੀਬੀਆਂ ਬੱਚੀਆਂ ਬੁਰਕੇ 'ਚ ਰਹਿੰਦੀਆਂ ਨੇ ਜੀ। ਉਹਨੂੰ ਕ੍ਰੋਧ ਜਾਗ ਗਿਆ ਜੀ। ਚੇਤਾ ਰੱਖਿਓ, ਖੁਦਾ ਦੇ ਦਰਸ਼ਨ ਬੁਰਕੇ ਨਾਲ ਨਹੀਂ ਕੀਤੇ ਜਾਣੇ ਜੀ। ਆਖੋ ਅੱਜ ਕੌਲਾਂ ਜੀ ਨੂੰ ਖੁਦਾ ਦੇ ਹੀ ਦਰਸ਼ਨ ਹੋ ਰਹੇ ਨੇ ਜੀ। ਹਾਂਜੀ। ਸਦਨ ਪ੍ਰਵੇਸ਼ ਸ਼ੀਘ੍ਰ ਹੀ ਭਇਓ। ਛੇਤੀ ਦੇ ਨਾਲ ਅੰਦਰ ਨੂੰ ਆਇਆ ਜੀ, ਅੱਗੇ ਨੂੰ ਆਇਆ ਜੀ। ਹਾਂਜੀ। ਨਿਜ ਤਨੁਜਾ ਕੋ ਪਿਖ ਰਸ ਭਰਿਓ। ਤੇ ਆਪਣੀ ਲੜਕੀ ਬੱਚੀ ਨੂੰ ਵੇਖ ਕੇ ਗੁੱਸੇ ਵਿੱਚ ਭਰ ਗਿਆ। ਚਾਬਕ ਭਰਿਓ ਤੁਰਤ ਕਰ ਧਰਿਓ। ਤੇ ਘਰ ਦੇ ਅੰਦਰ ਗਿਆ ਜੀ। ਕੌਲਾਂ ਜੀ ਨੂੰ ਨਹੀਂ ਪਤਾ ਲੱਗਾ ਵੀ ਮੇਰਾ ਪਿਤਾ ਆ ਗਿਆ ਹੈ ਜੀ। ਘਰ 'ਚ ਚਾਬਕ ਪਿਆ ਸੀਗਾ ਜੀ। ਕਾਜੀ ਨੇ ਹੱਥ 'ਚ ਚਾਬਕ ਫੜ ਲਿਆ। ਮਾਰਤ ਭਇਓ ਤਰਾਸ ਨਹਿ ਠਾਨਾ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਰਸ਼ਨ ਦੇ ਰਹੇ ਆ ਤੇ ਕੌਲਾਂ ਜੀ ਦਰਸ਼ਨ ਕਰਨ ਦੇ ਆ ਤੇ ਕਾਜੀ ਆ ਕੇ ਚਾਬਕ ਮਾਰ ਰਿਹਾ ਹੈ ਜੀ। ਹਾਂਜੀ। ਕਹਿਤ ਕਰੂਰ ਖੋਈ ਕੁਲ ਕਾਨਾ। ਕਹਿਣ ਲੱਗਾ ਫਿਰ ਬੁਰੇ ਬੋਲ ਬੋਲੇ, ਕਹਿੰਦਾ ਕੰਬਖਤ ਨੇ ਕੁਲ ਦੀ ਲਾਜ ਗਵਾ ਦਿੱਤੀ ਹੈ। ਆਖੋ ਵਾਹ। ਇਹ ਬੁਰਕਾ ਵੀ ਨਹੀਂ ਰੱਖਿਆ ਅੱਗੇ। ਹਾਂਜੀ। ਹਿੰਦੁਨ ਕੇ ਗੁਰ ਕੋ ਤੂੰ ਹੇਰੈ। ਹਾਂਜੀ। ਜਨਮੀ ਕਹਾ ਮੰਦ ਤੂੰ ਮੇਰਾ। ਤੇ ਕੌਲਾਂ ਜੀ ਜਾਣਨਾ ਚਾਹੁੰਦੇ ਸੀ ਵੀ ਇਹ ਕੌਣ ਹੈਗੇ ਆ। ਤੇ ਸਾਧ ਸੰਗਤ ਜੀ ਉਹ ਫਿਰ ਕਾਜੀ ਨੇ ਆਪੇ ਹੀ ਬੋਲ ਕੇ ਦੱਸਤਾ। ਕਹਿਣ ਲੱਗਾ ਹਿੰਦੂਆਂ ਦੇ ਗੁਰੂ ਨੂੰ ਵੇਖਦੀ ਹੈ। ਉਦੋਂ ਸਿੱਖਾਂ ਨੂੰ ਵੀ ਸਾਧ ਸੰਗਤ ਜੀ ਇਹੋ ਹੀ ਕਹਿੰਦੇ ਸਨ, ਹਿੰਦੂ ਹੀ ਕਹਿੰਦੇ ਸਨ ਬਹੁਤੇ। ਕਹਿੰਦੇ ਤੂੰ ਹਿੰਦੂਆਂ ਦੇ ਗੁਰੂ ਨੂੰ ਵੇਖਦੀ ਹੈ। ਕਹਿਤ ਹਿੰਦੁਨ ਕੇ ਗੁਰ ਕੋ ਤੂੰ ਹੇਰੈ, ਜਨਮੀ ਕਹਾਂ ਮੰਦ ਤੂੰ ਮੇਰਾ। ਕਿੱਥੇ ਮੇਰੇ ਘਰ ਪੈਦਾ ਹੋ ਗਈ। ਕਹਿਣ ਲੱਗਾ। ਹਾਂਜੀ। ਬਹੁ ਚਾਬਕ ਮਾਰੇ ਬਲ ਸੰਗ। ਬੜੀ ਜ਼ੋਰ ਦੀ ਖਿੱਚ ਖਿੱਚ ਕੇ ਕੌਲਾਂ ਜੀ ਨੂੰ ਕਾਜੀ ਨੇ ਫਿਰ ਸਾਧ ਸੰਗਤ ਦੀ ਚਾਬਕ ਮਾਰੇ। ਉਤਰਿਓ ਚਰਮ ਲੱਗੇ ਸਭ ਅੰਗ। ਤੇ ਸਾਧ ਸੰਗਤ ਜੀ ਸਰੀਰ ਦਾ ਚੰਮ ਉਧੜ ਗਿਆ ਜੀ। ਇੰਨੀ ਜ਼ਿਆਦਾ ਖਿੱਚ ਕੇ ਚਾਬਕ ਮਾਰੇ ਜੀ। ਹਾਂਜੀ। ਹਾਏ ਹਾਏ ਕਰ ਰਹੀ ਵਿਚਾਰੀ। ਤੇ ਸਾਧ ਸੰਗਤ ਦੀ ਕੌਲਾਂ ਦੀ ਫਿਰ ਹਾਏ ਹਾਏ ਚੀਕਾਂ ਮਾਰਨ ਲੱਗ ਪਏ ਜੀ। ਸੁਨ ਦੌਰੀ ਤਿਸ ਕੀ ਮਹਤਾਰੀ। ਤੇ ਸੁਣ ਕੇ ਨਾ ਚੀਕਾਂ ਕੌਲਾਂ ਜੀ ਦੀਆਂ ਤੇ ਕਾਜੀ ਦੀ ਪਤਨੀ ਕੌਲਾਂ ਜੀ ਦੀ ਮਾਤਾ ਸਾਧ ਸੰਗਤ ਜੀ ਉਹ ਭੱਜੇ ਬਾਹਰ ਆਏ ਜੀ। ਹਾਂਜੀ। ਝਿਰਕਿਓ ਕਾਜੀ ਚਾਬੁਕ ਸ਼ੀਨਾ। ਉਹਨੇ ਫਿਰ ਆਪਣੇ ਘਰ ਵਾਲੇ ਨੂੰ ਗੁੱਸੇ ਹੋਏ ਵੀ ਕੁੜੀ ਮਾਰਨੀ ਆ, ਹੱਥ ਤੋਂ ਚਾਬਕ ਖੋਹ ਲਿਆ ਜੀ ਉਹਨੇ। ਕਿਉਂ ਨਿਜ ਸੁਤਾ ਹਨੀ ਦੁਖ ਦੀਨਾ। ਕਿਉਂ ਤੂੰ ਆਪਣੀ ਧੀ ਨੂੰ ਦੁੱਖ ਦੇ ਰਿਹਾ ਹੈ। ਮਮ ਢਿਗ ਤੇ ਅਬ ਹੀ ਚਲ ਆਈ। ਇਹ ਤਾਂ ਹੁਣੇ ਮੇਰੇ ਕੋਲੋਂ ਆਈ ਹੈ। ਕਹਿਣ ਲੱਗੇ ਮਾਂ ਕਹਿ ਰਹੀ ਹੈ ਜੀ। ਹਾਂਜੀ। ਕਹਾਂ ਭਇਓ ਠਾਂਡੀ ਇਸ ਥਾਈ। ਤੇ ਇਹ ਫਿਰ ਕੀ ਹੈ ਜੇ ਇੱਥੇ ਖਲੋ ਗਈ ਆ ਕੇ। ਹਾਂਜੀ। ਸੁਤਾ ਤਰੁਣ ਕੋ ਮਾਰਨ ਕਰੈ। ਜਵਾਨ ਧੀਆਂ ਨੂੰ ਨਹੀਂ ਮਾਰੀਦਾ। ਸੁਨਹਿ ਅਪਰ ਸ਼ੰਕਾ ਸਭ ਧਰੈ। ਕਾਜੀ ਜੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਤੇ ਸ਼ੰਕਾ ਕਰਨਗੇ। ਆਖੋ ਵਾਹਿਗੁਰੂ। ਕਾਜੀ ਜੀ ਦੀ ਵੀ ਦ੍ਰਿਸ਼ਟੀ ਦੂਜੀ ਹੋ ਗਈ ਨਾ।
ਜਿਹੜੀ ਇੱਕ ਜਵਾਨ ਧੀ ਦੇ ਪਿਓ ਦੀ ਹੁੰਦੀ ਹੈ, ਪਰ ਉਹ ਨਹੀਂ ਜਾਣਦੇ ਵੀ ਮੇਰੀ ਬੱਚੀ ਦੀ ਜਨਮਾਂ ਜਨਮਾਂ ਦੀ ਕਮਾਈ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਨੀਆ ਦੇ ਮਾਲਕ ਖੁਦ ਖੁਦਾ ਸਤਿਗੁਰੂ ਜੀ ਦੇ ਦਰਸ਼ਨ ਹੋਏ ਉਹਨੂੰ ਅੱਜ ਜੀ, ਤੇ ਸੱਚਾ ਪ੍ਰੇਮ ਪੈਦਾ ਹੋਇਆ ਜੀ। ਵਕਾਰੀ ਪ੍ਰੇਮ ਨਹੀਂ, ਇੱਕ ਸਿੱਖ ਤੇ ਗੁਰੂ ਵਾਲਾ ਪ੍ਰੇਮ ਪੈਦਾ ਹੋ ਗਿਆ ਜੀ। ਹਾਂਜੀ, ਕਿਉਂ ਆਪਣੀ ਪਤ ਲਾਜ ਗਵਾਵੇ, ਉਹ ਕਹਿ ਰਿਹਾ ਵੀ ਇਹ ਆਪਣੀ ਲਾਜ ਪਤ ਗਵਾ ਰਹੀ ਹੈ। ਹਾਂਜੀ, ਹੱਸਹਿ ਲੋਕ ਕਰ ਤਾਲ ਬਜਾਵੇ, ਲੋਕ ਤਾੜੀਆਂ ਮਾਰਨਗੇ ਤੇ ਹੱਸਣਗੇ। ਰਿਸ ਮੈਂ ਕਹਿਤ ਖਰੋ ਗੁਰੂ ਹਿੰਦੂ, ਨਾਮ ਜਹੈ ਸ਼੍ਰੀ ਹਰਗੋਬਿੰਦੂ। ਆਖੋ ਵਾਹਿਗੁਰੂ। ਤੇ ਉਹ ਕੀ ਹੈ ਸਾਧ ਸੰਗਤ ਜੀ, ਮਹਾਰਾਜ ਥੱਲੇ ਖਲੋਤੇ ਆ, ਉਹ ਉੱਪਰ ਖਲੋਤੀ ਹੈ। ਤੇ ਪਹਿਲਾਂ ਝਰੋਖੇ ਚੋਂ ਦਰਸ਼ਨ ਕੀਤੇ, ਫਿਰ ਅੱਗੇ ਆ ਕੇ ਕਰ ਲਏ ਦਰਸ਼ਨ। ਕਾਜੀ ਆਇਆ, ਉਹਨੇ ਪਿੱਛੋਂ ਮਾਰਿਆ, ਮਾਂ ਨੇ ਛੈਂਟੇ ਫੜ ਲਏ। ਤੇ ਪਤਾ ਕੀ ਕੌਲਾਂ ਜੀ ਨੂੰ ਕਹਿੰਦਾ, ਕਹਿੰਦਾ ਥੱਲੇ ਹਿੰਦੂਆਂ ਦਾ ਗੁਰੂ ਖਲੋਤਾ ਹੈ। ਤੇ ਨਾਮ ਜਾਹੇ ਸ਼੍ਰੀ ਹਰਗੋਬਿੰਦੂ, ਨਾਲੇ ਨਾਮ ਵੀ ਦੱਸਤਾ। ਕਹਿਣ ਲੱਗਾ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੀ ਹੈ। ਤੇ ਕੌਲਾਂ ਜੀ ਤੇ ਜਾਣਨਾ ਹੀ ਚਾਹੁੰਦੇ ਸੀ ਵੀ ਇਹਨਾਂ ਦਾ ਨਾਮ ਕੀ ਹੈ। ਦਰਸ਼ਨ ਕਰਕੇ ਠੰਡ ਪਈ ਹੈ। ਹਾਂਜੀ, ਤਰੈ ਖਰੋ ਤਿਸ ਕੀ ਦਿਸ਼ ਦੇਖੈ, ਤਨੁਜਾ ਦੇਹ ਕਲੰਕ ਵਿਸ਼ੇਖੈ। ਇਹ ਥੱਲੇ, ਉਹ ਥੱਲੇ ਖਲੋਤੇ ਆ, ਇਹ ਉੱਤੋਂ ਵੇਖੀ ਜਾ ਰਹੀ ਹੈ। ਕਹਿਣ ਲੱਗੇ ਲੋਕ ਵੇਖਣਗੇ, ਕਈ ਤਰ੍ਹਾਂ ਦੀਆਂ ਗੱਲਾਂ ਕਰਨਗੇ। ਨਹਿ ਸਮੀਪ ਰਾਖੈ ਰਖਵਾਰੀ, ਪਿੱਖੋਂ ਫੇਰ ਮੈਂ ਦੈਹੋਂ ਮਾਰੀ। ਆਖੋ ਵਾਹਿਗੁਰੂ। ਤੇ ਕਾਜੀ ਕੌਲਾਂ ਜੀ ਨੂੰ ਕਹਿਣ ਲੱਗਾ ਵੀ ਮੈਂ ਮੁੜ ਵੇਖ ਲਿਆ ਨਾ, ਤੈਨੂੰ ਇਸ ਤਰ੍ਹਾਂ ਦੇ ਮਾਰ ਹੀ ਦਊਂਗਾ। ਕਹਿਣ ਲੱਗਾ, ਮਾਂ ਨੂੰ ਕਹਿੰਦਾ ਰਖਵਾਲੀ ਰਾਖੇ ਦੀ। ਹਾਂਜੀ, ਇਮ ਕਹਿ ਕਾਜੀ ਬਹੁ ਦੁੱਖ ਪਾਇਸ, ਇਹ ਕਹਿ ਕੇ ਕਾਜੀ ਨੇ ਦੁੱਖ ਪਾਇਆ ਜੀ। ਬੱਚੇ ਨੂੰ ਮਾਰ ਕੇ ਦੁੱਖ ਤਾਂ ਮਾਂ ਪਿਓ ਨੂੰ ਹੁੰਦਾ ਨਾ ਜੀ। ਹਾਂਜੀ, ਵਹਿਰ ਨਿਕਟ ਬੈਠਿਓ ਪਛਤਾਇਸ, ਤੇ ਬਾਹਰ ਬੈਠਾ ਪਛਤਾ ਰਿਹਾ ਹੈ। ਸਤਿਗੁਰ ਗਏ ਆਪਣੇ ਡੇਰੇ। ਮਹਾਰਾਜ ਕੌਲਾਂ ਜੀ ਨੂੰ ਦਰਸ਼ਨ ਦੇ ਕੇ, ਕੌਲਾਂ ਜੀ ਨੂੰ ਨਿਹਾਲ ਕਰਕੇ, ਸਾਧ ਸੰਗਤ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪਣੇ ਡੇਰੇ ਚਲੇ ਗਏ ਜੀ। ਹਾਂਜੀ, ਉੱਤਰ ਬਿਰਾਜੇ ਪ੍ਰਭੂ ਵਡੇਰੇ, ਤੇ ਉੱਤਰ ਬਿਰਾਜੇ ਪ੍ਰਭੂ ਵਡੇਰੇ, ਵੱਡੇ ਪਾਤਸ਼ਾਹ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਡੇਰੇ ਉਤਾਰਾ ਕਰ ਲਿਆ ਜੀ ਜਾ ਕੇ। ਇੱਧਰ ਸੁਣੋ ਕੌਲਾਂ ਜੀ ਦੇ ਘਰ ਕੀ ਬਣ ਰਿਹਾ ਜੀ। ਹਾਂਜੀ, ਦੋਹਰਾ ਤਿਸ ਕੀ ਮਹਤਾਰੀ ਤਬੈ, ਦੋਹਤਾ ਲਈ ਉਠਾਏ। ਕੌਲਾਂ ਜੀ ਨੂੰ ਮਾਤਾ ਜੀ ਨੇ ਆਪਣੀ ਗੋਦ ਚ ਪਾ ਲਿਆ ਜੀ। ਕਿਉਂ? ਉਹ ਰੋ ਰਹੀ ਸੀ, ਹਾਏ ਹਾਏ ਕਰ ਰਹੇ ਸੀਗੇ ਜੀ ਕੌਲਾਂ ਜੀ। ਹਾਏ ਹਾਏ ਸੋ ਕਰ ਰਹੀ, ਮ੍ਰਿਦੁਲ ਸੀਜ ਪਰ ਪਾਏ। ਤੇ ਬੀਬੀ ਕੌਲਾਂ ਜੀ ਹਾਏ ਹਾਏ ਕਰ ਰਹੇ ਆ, ਕਿਉਂ? ਦਰਦ ਹੋ ਰਹੀ ਹੈ ਜੀ। ਹਾਂਜੀ, ਚੌਪਈ ਤੇ ਕੋਮਲ ਸੇਜਾ ਤੇ ਪਾ ਦਿੱਤਾ ਮਾਤਾ ਜੀ ਨੇ ਜੀ। ਹਾਂਜੀ, ਚੋਟਨ ਕੋ ਕੀਨਸ ਉਪਚਾਰੀ, ਸੱਟਾਂ ਦਾ ਇਲਾਜ ਕੀਤਾ, ਜ਼ਖਮਾਂ ਤੇ ਮਲਮ ਲਾਈ। ਪਿਖ ਕਾਜ਼ੀ ਕੋ ਕਾਢਤ ਗਾਰੀ, ਤੇ ਜ਼ਖਮ ਵੇਖ ਵੇਖ ਕੇ ਮਾਂ ਕਾਜੀ ਨੂੰ ਗਾਲਾਂ ਕੱਢ ਰਹੀ ਆਪਣੇ ਪਤੀ ਨੂੰ ਜੀ। ਬੀਬੀਆਂ ਕੱਢ ਲੈਂਦੀਆਂ ਕਈ। ਆਖੋ ਵਾਹਿਗੁਰੂ। ਹਾਂਜੀ, ਕਈ ਬੀਬੀਆਂ ਕੱਢ ਲੈਂਦੀਆਂ ਤੇ ਗਾਲਾਂ, ਤੇ ਕਈ ਨਹੀਂ ਕੱਢਦੀਆਂ ਜੀ। ਕਾਜੀ ਦੀ ਘਰ ਵਾਲੀ ਨੇ ਗਾਲਾਂ ਕੱਢੀਆਂ ਜੀ ਫਿਰ ਉਹਨੂੰ। ਹਾਂਜੀ ਹਾਂਜੀ, ਦੇਤ ਧੀਰਜ ਸਹਿਤ ਦਿਲਾਸਾ। ਤੇ ਮੇਰੀ ਬੇਨਤੀ ਕਥਾ ਸੁਣ ਕੇ ਤੁਸੀਂ ਨਾ ਸ਼ੁਰੂ ਹੋ ਜਾਓ ਬੀਬੀਓ, ਵੀ ਕੋਈ ਨਹੀਂ ਉਹਨੇ ਵੀ ਕੱਢੀਆਂ ਸੀ। ਨਹੀਂ, ਕਾਜੀ ਨੂੰ ਤੋਂ ਕੱਢੇ ਗਾਲਾਂ, ਤੇ ਧੀ ਨੂੰ ਤਰਵਾਸਾ ਦੇਵੇ ਵੀ ਨਾ ਧੀਏ ਰੋ ਨਾ। ਹਾਂਜੀ, ਕਿਤਕ ਕਾਲ ਥਿਤ ਤਨੁਜਾ ਪਾਸਾ, ਕੁਝ ਸਮਾਂ ਮਾਂ ਆਪਣੀ ਬੱਚੀ ਦੇ ਲਾਗੇ ਬੈਠੀ ਰਹੀ ਜੀ। ਪੁੰਨ ਦਾਸੀ ਕੋ ਨਿਕਟ ਬਿਠਾਇਓ, ਫਿਰ ਦਾਸੀ ਨੂੰ ਨੇੜੇ ਬਿਠਾ ਦਿੱਤਾ ਜੀ। ਹਾਂਜੀ, ਆਪ ਅਪਰ ਕਾਜ ਚਿਤ ਲਾਇਓ, ਤੇ ਮਾਤਾ ਜੀ ਆਪ ਹੋਰ ਕੰਮਾਂ ਵਿੱਚ ਲੱਗ ਗਏ ਜੀ। ਕੌਲਾਂ ਤਨ ਮਨ ਤੇ ਦੁੱਖ ਪਾਏ। ਕੌਲਾਂ ਤਨ ਮਨ ਤੇ ਦੁੱਖ ਪਾਏ। ਕੌਲਾਂ ਦੀ ਤਨੋਂ ਤੇ ਦੁੱਖ ਹੋ ਹੀ ਰਹੇ ਹੈਗੇ ਜੀ। ਕਿਉਂ? ਬੜੇ ਚਾਬੁਕ ਮਾਰੇ ਹੈਗੇ ਜੀ। ਮਨ ਕਰਕੇ ਵੀ ਦੁਖੀ ਸਨ। ਖੁਦ ਪਰਮੇਸ਼ਰ ਸਰੂਪ ਸਤਿਗੁਰੂ ਦੇ ਦਰਸ਼ਨ ਹੋਏ ਤੇ ਮੇਰੇ ਪਿਤਾ ਨੇ ਇਸ ਤਰ੍ਹਾਂ ਕੀਤਾ। ਹਾਂਜੀ, ਹਾਏ ਹਾਏ ਕਰਤੀ ਬਿਲ ਲਾਏ, ਹਾਏ ਹਾਏ ਕਰਦੇ ਕੁਰਲਾ ਰਹੇ ਸਨ ਜੀ ਉਹ। ਹਾਂਜੀ, ਦਾਸੀ ਨੇ ਤਿਸ ਕੀ ਚਿਤ ਜਾਨੀ, ਗੁਪਤ ਬਾਰਤਾ ਬੁਝਨ ਠਾਨੀ।
ਕੌਣ ਹੋ ਤੋ ਜਿਸ ਦੇਖਤ ਰਹੀ, ਹਾਂਜੀ। ਪਿਖ ਕਾਜ਼ੀ ਹਟ ਕੇ ਦ੍ਰਿਗ ਨਹੀਂ। ਤੇ ਦਾਸੀ ਪੁੱਛਦੀ ਹੈ ਬੀਬੀ ਕੌਲਾਂ ਜੀ ਨੂੰ ਵੀ ਕਿਹਨੂੰ ਵੇਖ ਰਹੀ ਸੈਂ ਤੂੰ, ਕੌਣ ਸੀ ਉਹ ਜਿਹਦੇ ਕਰਕੇ ਕਾਜੀ ਸਾਹਿਬ ਨੇ ਇੰਨਾ ਕੁਝ ਆਖਿਆ ਤੈਨੂੰ। ਹਾਂਜੀ। ਤਬ ਕੌਲਾਂ ਨੇ ਸਕਲ ਬਤਾਈ, ਤਬ ਕੌਲਾਂ ਨੇ ਸਕਲ ਬਤਾਈ, ਸਾਰੀ ਗੱਲ ਦੱਸੀ। ਤਿਸ ਨਰ ਕੀ ਸੁਧ ਮੋਹੇ ਨਾ ਕਾਈ। ਕਹਿਣ ਲੱਗੇ ਮੈਨੂੰ ਵੀ ਨਹੀਂ ਉਹਨਾਂ ਬਾਰੇ ਕੁਝ ਪਤਾ, ਮੈਨੂੰ ਵੀ ਨਹੀਂ ਪਤਾ। ਹਾਂਜੀ। ਵੇਖਿਓ ਅਚਾਨਕ ਮਨ ਠੱਗ ਲਿਓ। ਬਸ ਵੇਖਿਆ ਹੀ ਹੈ ਤੇ ਮੈਨੂੰ ਪਤਾ ਨਹੀਂ ਕੀ ਗੱਲ ਹੋਈ, ਮਨ ਠੰਡਾ ਹੋ ਗਿਆ ਉਹਨਾਂ ਦੇ ਦਰਸ਼ਨ ਕਰਕੇ। ਸਾਧ ਸੰਗਤ ਜੀ, ਇਹੋ ਹੀ ਬੀਬੀ ਕੌਲਾਂ ਦੀ ਮੈਂ ਤੁਹਾਨੂੰ ਬੇਨਤੀ ਕਰਾਂ, ਇਹਨਾਂ ਨੇ ਸੰਗਤ ਕੀਤੀ ਹੈ ਜੀ। ਪਤਾ ਕਿਹਦੀ ਸੰਗਤ ਕੀਤੀ ਜੀ? ਸਾਈਂ ਮੀਆਂ ਮੀਰ ਜੀ ਦੀ ਸੰਗਤ ਕੀਤੀ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਿਉਂ ਕਾਜੀ ਹੁਣੀ ਸਾਰੇ ਸਾਈਂ ਮੀਆਂ ਮੀਰ ਜੀ ਨੂੰ ਮੰਨਦੇ ਤੇ ਕੌਲਾਂ ਜੀ ਸੰਗਤ ਕਰਦੇ ਸਾਈਂ ਮੀਆਂ ਮੀਰ ਜੀ ਦੀ ਜੀ। ਤੇ ਇਹ ਵੀ ਸੁਣਿਓ, ਕੌਲਾਂ ਜੀ ਨੇ ਸਾਈਂ ਜੀ ਦੇ ਮੁਖੋਂ ਪਾਠ ਸੁਣ ਸੁਣ ਕੇ ਸੁਖਮਨੀ ਸਾਹਿਬ ਜੀ ਦਾ ਤੇ ਜ਼ੁਬਾਨੀ ਪਾਠ ਯਾਦ ਕਰ ਲਿਆ ਸੀਗਾ ਜੀ। ਜ਼ੁਬਾਨੀ ਪਾਠ ਯਾਦ ਕਰ ਲਿਆ ਸੀਗਾ। ਉਹ ਵੇਖੋ ਭਗਤੀ ਸੀਗੀ ਨਾ ਜੀ ਪਿਛਲੀ ਜੀ। ਹਾਂਜੀ। ਵੇਖਿਓ ਅਚਾਨਕ ਮਨ ਠੱਗ ਲਿਓ। ਮੇਰਾ ਤੇ ਮਨ ਠੰਡਾ ਹੀ ਕਰ ਦਿੱਤਾ ਉਹਨਾਂ ਨੇ। ਕਹਿਣ ਲੱਗੇ ਮਨ 'ਚ ਬੜੀ ਸ਼ਾਂਤੀ ਬਣੀ। ਹਾਂਜੀ। ਰਹੀ ਨਾ ਸੁਧ ਜੜ ਸਮਤਨ ਭਇਓ। ਮੈਨੂੰ ਤੇ ਸੁੱਧ ਹੀ ਨਹੀਂ ਰਹੀ, ਮੈਂ ਤੇ ਜੜ ਰੂਪ ਹੋ ਗਈ। ਕਹਿਣ ਲੱਗੀ ਦਰਸ਼ਨ ਕਰਕੇ। ਹਾਂਜੀ। ਕਾਜ਼ੀ ਨੇ ਮਾਰਤ ਲਿਓ ਨਾਮੂ। ਪਰ ਕੀ ਦੱਸਾਂ, ਪਹਿਲਾਂ ਨਹੀਂ ਸੀ ਪਤਾ ਉਹ ਕੌਣ ਹਨ, ਪਰ ਜਦੋਂ ਕਾਜੀ ਸਾਹਿਬ ਨੇ ਮਾਰਿਆ ਮੈਨੂੰ, ਉਦੋਂ ਉਹਨਾਂ ਦਾ ਨਾਮ ਲਿਆ। ਹਾਂਜੀ। ਗੁਰੂ ਹਿੰਦੁਨ ਕੇ ਮੁਖ ਅਭਿਰਾਮੂ। ਉਹਨਾਂ ਕਿਹਾ ਸੀਗਾ ਵੀ ਇਹ ਗੁਰੂ ਨੇ ਹਿੰਦੂਆਂ ਦੇ। ਹਾਂਜੀ। ਸ਼੍ਰੀ ਹਰਗੋਬਿੰਦ ਮਹਾਬਿਚਨ। ਤੇ ਨਾਮ ਵੀ ਲਿਆ ਸੀ ਵੀ ਇਹਨਾਂ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਹੈ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਕਹਿ ਦਈਏ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕੇ ਜਿਸਮੈ ਲੱਛਣ। ਇਹ ਤੇ ਮਹਾਰਾਜ ਹਨ, ਪਰਮੇਸ਼ਰ ਵਾਲੇ ਲੱਛਣ ਹਨ ਇਹਨਾਂ ਵਿੱਚ। ਕਿਆ ਉਪਮਾ ਕਰ ਤੋਹੇ ਸੁਨਾਵੋ। ਦਾਸੀ ਮੈਂ ਕੀ ਉਪਮਾ ਕਰਾਂ, ਕੀ ਉਪਮਾ ਦੱਸਾਂ ਮੈਂ ਤੁਹਾਨੂੰ, ਕੈਸੇ ਹਨ ਉਹ। ਹਾਂਜੀ। ਜਿਸ ਕੇ ਸਮ ਕੋ ਅਪਰ ਨਾ ਪਾਵੋ। ਮੈਂ ਅੱਜ ਤੱਕ ਕਿਸੇ ਹੋਰ ਦੇ ਐਸੇ ਦਰਸ਼ਨ ਨਹੀਂ ਕੀਤੇ। ਹਾਂਜੀ। ਕਾਜੀ ਨੇ ਮਾਰੀ ਗੁਣ ਭਇਓ। ਤੇ ਪਤਾ ਕੌਲਾਂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਚੰਗਾ ਹੋਇਆ ਕਾਜੀ ਸਾਹਿਬ ਨੇ, ਮੇਰੇ ਪਿਤਾ ਜੀ ਨੇ ਮੈਨੂੰ ਮਾਰਿਆ, ਮਾਰਦਿਆਂ ਮਾਰਦਿਆਂ ਮੇਰੇ ਤੇ ਉਪਕਾਰ ਵੀ ਕੀਤਾ। ਹਾਂਜੀ। ਨਾਮ ਪਤਾ ਪ੍ਰਿਯ ਕੋ ਸੁਨ ਲਿਓ। ਕੀ ਉਪਕਾਰ ਕੀ ਕੀਤਾ? ਮੈਨੂੰ ਸਤਿਗੁਰੂ ਜੀ ਦਾ ਨਾਮ ਦੱਸ ਦਿੱਤਾ। ਕਹਿਣ ਲੱਗੀ ਪਤਾ ਵੀ ਦੱਸ ਦਿੱਤਾ। ਹਾਂਜੀ। ਹੇ ਦਾਸੀ ਤੂੰ ਕਰ ਉਪਕਾਰ। ਮੈਨੂੰ ਤੇ ਉਂਝ ਨਾਮ ਵੀ ਨਹੀਂ ਸੀ ਪਤਾ ਲੱਗਣਾ, ਸਤਿਗੁਰੂ ਜੀ ਦਾ ਨਾਮ ਵੀ ਨਹੀਂ ਸੀ ਪਤਾ ਲੱਗਣਾ, ਪਤਾ ਵੀ ਨਹੀਂ ਸੀ ਪਤਾ ਲੱਗਣਾ। ਵੇਖ ਲੋ ਪਿਆਰਿਓ, ਜਦੋਂ ਪ੍ਰੇਮ ਪੈਦਾ ਹੋ ਜਾਵੇ ਫਿਰ ਮਾਰ ਵੀ ਚੰਗੀ ਲੱਗਦੀ ਹੈ। ਆਖੋ ਵਾਹਿਗੁਰੂ। ਫਿਰ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਫਿਰ ਮਾਰ ਝਿੜਕਾਂ ਵੀ ਮਿੱਠੀਆਂ ਹੀ ਲੱਗਦੀਆਂ ਨੇ। ਕਹਿਣ ਲੱਗੇ ਸਗੋਂ ਚੰਗਾ ਹੋ ਗਿਆ, ਇਸ ਮਾਰ ਖਾਣ ਦੇ ਬਹਾਨੇ ਮੈਨੂੰ ਨਾਮ ਤੇ ਪਤਾ ਲੱਗ ਗਿਆ ਮਹਾਰਾਜ ਦਾ। ਹੁਣ ਦਾਸੀ ਤੂੰ ਮੇਰੇ ਤੇ ਇੱਕ ਉਪਕਾਰ ਕਰ। ਫਿਰ ਹੈ ਕਹਾਂ ਖੋਜੋ ਹਿਤ ਧਾਰ। ਪਤਾ ਕਰ ਵੀ ਸੱਚੇ ਪਾਤਸ਼ਾਹ ਜੀ ਨੇ ਆਸਣ ਕਿੱਥੇ ਲਾਇਆ ਹੈ, ਰਹਿੰਦੇ ਕਿੱਥੇ ਹਨ। ਬਹੁ ਧਨ ਦਹਿਓ ਮਾਨ ਇਸਾਨ। ਜੇ ਬਚਾਏ ਰਾਖੈ ਮਮ ਜਾਨ। ਤੇ ਫਿਰ ਮੈਂ ਤੈਨੂੰ ਧਨ ਵੀ ਦਿਆਂਗੀ। ਸੋ ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਸਾਧ ਸੰਗਤ ਜੀ, ਫਿਰ ਬੇਨਤੀ ਹੈ, ਕਈ ਲੋਕ ਇਸ ਕਥਾ ਨੂੰ ਵਿਕਾਰੀ ਭਾਵ ਦੇ ਦਿੰਦੇ ਹਨ। ਵਿਕਾਰੀ ਭਾਵ ਨਹੀਂ ਆਪਾਂ ਲੈਣਾ ਸਾਧ ਸੰਗਤ ਜੀ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਬਹੁਤ ਵੱਡੇ ਹਨ। ਆਖੋ ਕੋਈ ਵੇਖ ਕੇ ਦਰਸ਼ਨ ਕਰਕੇ ਕੋਈ ਕਿਸ ਤਰ੍ਹਾਂ ਦਾ ਭਾਵ ਲੈ ਲੈਂਦਾ, ਕੋਈ ਕਿਸ ਤਰ੍ਹਾਂ ਦਾ ਭਾਵ ਲੈ ਲੈਂਦਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉਹ ਹਨ ਜਿਨ੍ਹਾਂ ਅੱਗੇ ਬੇਗਮਾਂ ਵੀ ਆਈਆਂ
ਸਤਿਗੁਰਾਂ ਨੇ ਉਹਨਾਂ ਦੇ ਮਨ ਵੀ ਪਵਿੱਤਰ ਕਰ ਦਿੱਤੇ ਸੀਗੇ। ਤੁਸੀਂ ਕਥਾ ਸੁਣੀ ਸੀ ਨਾ, ਬੇਗਮ ਨੂਰ ਜਹਾਂ ਜਹਾਂਗੀਰ ਨੂੰ ਕਹਿਣ ਲੱਗੀ, ਬਾਦਸ਼ਾਹ ਸਲਾਮਤ, ਜਦੋਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਐ, ਹੁਣ ਮਨ 'ਚ ਕੋਈ ਮਾੜਾ ਫੁਰਨਾ ਨਹੀਂ ਬਣਦਾ। ਕਹਿਣ ਲੱਗੀ, ਜਦੋਂ ਦੇ ਉਹਨਾਂ ਦੇ ਕੋਲੋਂ ਹੋ ਕੇ ਆਈਆਂ, ਸਾਡਾ ਜੀ ਕਰਦਾ ਪ੍ਰਭੂ ਦਾ ਚਿੰਤਨ ਕਰੀਏ, ਪਰਮੇਸ਼ਰ ਦਾ, ਖੁਦਾ ਦਾ, ਅੱਲਾ ਦਾ ਨਾਮ ਜਪੀਏ। ਐਸੇ ਹਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੋ ਅੱਗੋਂ ਪ੍ਰਸੰਗ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਸਾਧ ਸੰਗਤ ਜੀ, ਥੋੜ੍ਹਾ ਜਿਹਾ ਸਮਾਂ ਹੁਣ ਆਪਾਂ ਜਾਪ ਕਰਨਾ ਹੈ ਅਤੇ ਸਾਰੀਆਂ ਸੰਗਤਾਂ ਪ੍ਰੇਮ ਨਾਲ ਜਪੀਏ। ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, 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 ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਇਹ ਪ੍ਰੇਮ ਸਤਿਗੁਰੂ ਜੀ ਦੀ ਪ੍ਰੀਤ, ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਹਨ, ਜਿਹਨੂੰ ਪ੍ਰੀਤ ਮਹਾਰਾਜ ਲਾ ਦੇਣ
ਉਹਦੀ ਫਿਰ ਐਸੀ ਲੱਗਦੀ ਹੈ ਅੰਤਲੇ ਸਵਾਸ ਤੱਕ ਉਹਦੀ ਪ੍ਰੀਤ ਹੀ ਨਿਭਦੀ ਹੈ ਜੀ। ਕੌਲਾਂ ਜੀ ਦੀ ਅੰਤਲੇ ਸਵਾਸ ਤੱਕ ਬੀਬੀ ਕੌਲਾਂ ਜੀ ਦੀ ਪ੍ਰੀਤ ਨਿਭਦੀ ਅੰਤਲੇ ਸਵਾਸ ਤੱਕ ਜੀ। ਹਾਂਜੀ, ਇਹ ਬਸ ਅੱਜ ਪਹਿਲੀ ਵਾਰੀ ਦਰਸ਼ਨ ਹੋਏ ਨਾ ਜੀ, ਸਾਰੀ ਉਮਰ ਹੀ ਸੱਚੇ ਪਾਤਸ਼ਾਹ ਜੀ ਦੇ ਹਿਰਦੇ 'ਚ ਦਰਸ਼ਨ ਵਸਾ ਲੈਣੇ ਜੀ। ਅਗਾਂਹ ਕਥਾ ਆਏਗੀ ਸਾਧ ਸੰਗਤ ਜੀ। ਇਹ ਪਿਛਲੀ ਭਗਤੀ ਦਾ ਫਲ ਮਿਲਿਆ ਜਿਹੜੀ ਬਾਬਾ ਬੁੱਢਾ ਜੀ ਨੇ ਆਖਿਆ। ਤੁਸੀਂ ਕਥਾ ਸੁਣੀ, ਬਾਬਾ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਫਿਰ ਉਹਦੀ ਭਗਤੀ ਦਾ ਕੀ ਬਣਨਾ ਜਿਹਨੇ ਇੰਨੀ ਭਗਤੀ ਕੀਤੀ ਹੈ, ਪਿਛਲੇ ਜਨਮਾਂ ਦੀ ਵਰਤ ਰੱਖ ਰਹੀ ਹੈ, ਕਹਿਣ ਲੱਗੇ ਜਪ ਤਪ ਕਰ ਰਹੀ ਹੈ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਕਿਰਪਾ ਕਰਨ। ਅਗਲੇਰਾ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਾਰੀ ਸੰਗਤ ਪਿਆਰ ਦੇ ਨਾਲ, ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।